ਨਾਮ ਜਪਣਾ ਇਹ ਸੁਖੈਣ ਤਰੀਕਾ ਹੈ। ਘਰ ਪਰਿਵਾਰ ਦੇ ਵਿੱਚ ਰਹਿਣਾ, ਵਣ ਪ੍ਰਸਤੀ ਨਹੀਂ ਹੋਣਾ, ਕੋਈ ਧਨ ਦਾ ਖਰਚਾ ਨਹੀਂ, ਸਰੀਰਕ ਬਲ ਦਾ ਕੋਈ ਜ਼ੋਰ ਨਹੀਂ। ਇਹ ਸਿੱਧ ਲੋਕੋ, ਜੇ ਕੋਈ ਇਹ ਯਤਨ ਕਰ ਵੀ ਲੈਂਦਾ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਂ ਦੁਨੀਆ ਦੇ ਵਿੱਚ ਉਹਨੂੰ ਤੇਲ ਬਰਾਬਰ ਦੇ ਮਾਨ ਸਨਮਾਨ ਸਤਿਕਾਰ ਮਿਲਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ। ਫਿਰ ਸੱਚੇ ਪਾਤਸ਼ਾਹ ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤੀਰਥ ਯਾਤਰਾ ਕਰਨ ਦੇ ਨਾਲ ਇਹਦੇ ਨਾਲ ਬੰਦੇ ਦੇ ਮਨ ਦੇ ਅੰਦਰ ਹੰਕਾਰ ਪੈਦਾ ਹੁੰਦਾ। ਫਿਰ ਸਖੈਣ ਤਰੀਕਾ ਕੀ ਹੈ? ਤੇ ਸੱਚੇ ਪਾਤਸ਼ਾਹ ਦੇ ਉੱਪਰ ਉਹਨਾਂ ਨੇ ਸਵਾਲ ਕੀਤਾ ਬੇਨਤੀ ਦੇ ਰੂਪ ਵਿੱਚ ਕਿ ਸੱਚੇ ਪਾਤਸ਼ਾਹ ਫਿਰ ਸਾਨੂੰ ਕਰਨਾ ਕੀ ਚਾਹੀਦਾ? ਸੱਚੇ ਪਾਤਸ਼ਾਹ ਨੇ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕੇ ਸੁਖੈਣ ਤਰੀਕਾ ਕੀਤਾ। ਸੁਣਿਆ, ਆਪਣੇ ਕੰਨਾਂ ਦੇ ਨਾਲ ਪਰਮੇਸ਼ਰ ਦੀ ਜਸ ਵਡਿਆਈ ਨੂੰ ਸੁਣਨਾ। ਸੁਣ ਕਰਕੇ ਮੰਨਿਆ, ਇਹ ਨਹੀਂ ਵੀ ਇੱਕ ਕੰਨ ਤੋਂ ਸੁਣਿਆ ਦੂਜੇ ਕੰਨ ਥਾਣੀ ਕੱਢ ਦਿੱਤਾ। ਜਿਹੜੇ ਇਸ ਬਿਸਤੀ ਇਸ ਅਵਸਥਾ ਵਾਲੇ ਲੋਕ ਆ, ਉਹਨਾਂ ਦੇ ਪਰਥਾਏ ਪਾਵਨ ਗੁਰਬਾਣੀ ਦੇ ਬਚਨ ਹਨ। ਕਬੀਰ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗਈ, ਜੋ ਬਾਂਸ ਬਜਾਈਐ ਫੂਕ। ਇਹ ਨਹੀਂ ਕਿ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਕੰਨ ਤੋਂ ਸੁਣਿਆ ਤੇ ਦੂਜੇ ਤੋਂ ਕੱਢਤਾ। ਉਹ ਫਿਰ ਆਪਣਾ ਬੰਸਰੀ ਵਾਲਾ ਸੁਭਾਅ ਬਣ ਗਿਆ। ਨਹੀਂ, ਜਗਿਆਸੂ ਨੇ ਆਪਣਾ ਬੰਸਰੀ ਵਾਲਾ ਸੁਭਾਅ, ਬੰਸਰੀ ਵਾਲੀ ਆਦਤ ਨਹੀਂ ਕਰਨੀ ਕਿ ਇੱਕ ਕੰਨ ਤੋਂ ਸੁਣਿਆ ਤੇ ਦੂਜੇ ਤੋਂ ਕੱਢਤਾ। ਨਹੀਂ, ਸੁਣਨਾ, ਸੁਣ ਕੇ ਉਹਦੇ 'ਤੇ ਵਿਚਾਰ ਕਰਨੀ ਆ, ਫਿਰ ਉਹਨੂੰ ਹਿਰਦੇ ਵਿੱਚ ਮਿਸਾਉਣਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਉਹਦਾ ਫਿਰ ਨਿਧਿਆਸਨ ਅਰਾਧਨਾ ਕਰਨੀ, ਕਮਾਈ ਕਰਨੀ ਆ। ਸੁਣ ਕਰਕੇ ਮੰਨਣਾ ਵੀ ਆ, ਮਨ ਕਰਕੇ ਫਿਰ ਉਹਦਾ ਨਿਧਿਆਸਨ ਕਰਨਾ। ਸਿੱਧ ਲੋਕੋ, ਇਹ ਇੱਕ ਸੁਖੈਣ ਤਰੀਕਾ ਪਰਮੇਸ਼ਰ ਦੀ ਜਸ ਵਡਿਆਈ ਆਪਣੇ ਕੰਨਾਂ ਨਾਲ ਸੁਣਨੀ ਵੀ ਆ, ਸੁਣ ਕਰਕੇ ਉਹਨੂੰ ਮੰਨਣਾ ਵੀ ਆ, ਮਨ ਕਰਕੇ ਉਹਦਾ ਨਿਧਿਆਸਨ ਕਰਨਾ ਹੈ। ਅੰਤਰਗਤ ਤੀਰਥ ਮਲ ਨਾਓ। ਤੇ ਫਿਰ ਸੱਚੇ ਪਾਤਸ਼ਾਹ ਕਿਹੜਾ ਤੀਰਥ ਆ ਜਿਹਦਾ ਇਸ਼ਨਾਨ ਕਰਨ ਦੇ ਨਾਲ ਮੈਲ ਉਤਰਦੀ ਆ? ਫਿਰ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਵਾਸਤੇ ਉਪਦੇਸ਼ ਦਿੰਦੇ ਕਿ ਅੰਤਰਗਤ, ਜਗਿਆਸੂ ਨੇ ਅੰਤਰ ਬਿਰਤੀ ਦਾ ਇਸ਼ਨਾਨ ਕਰਨਾ। ਅੰਤਰਗਤ ਤੀਰਥ ਮਲ ਨਾਓ, ਤੀਰਥ ਦੇ ਜਾ ਕਰਕੇ ਅੰਤਰ ਬਿਰਤੀ ਦਾ ਇਸ਼ਨਾਨ ਕਰਨਾ। ਗੁਰਮੁਖੋ ਇਸ਼ਨਾਨ ਕਈ ਤਰ੍ਹਾਂ ਦਾ ਹੁੰਦਾ। ਇੱਕ ਤਾਂ ਆਪਾਂ ਨਿਤਾ ਪ੍ਰਤੀ ਰੋਜ਼ਾਨਾ ਇਸ਼ਨਾਨ ਕਰਦੇ ਹਾਂ, ਇੱਕ ਸਣ ਕੇਸੀ ਇਸ਼ਨਾਨ ਕਰਦੇ ਹਾਂ, ਅਤੇ ਕਈ ਪ੍ਰੇਮੀ ਸਣ ਕੱਪਣੀ ਰੋਜ਼ ਇਸ਼ਨਾਨ ਕਰਦੇ ਆ। ਇੱਕ ਸਾਦਾ ਇਸ਼ਨਾਨ ਜਿਹੜਾ ਆਪਾਂ ਰੋਜ਼ ਕਰਦੇ, ਅਤੇ ਕਈ ਗੁਰਮੁਖ ਇਹੋ ਜਿਹੇ ਵੀ ਆ ਜਿਹੜੇ ਰੋਜ਼ਾਨਾ ਸਮੇਤ ਕੇਸੀ ਇਸ਼ਨਾਨ ਕਰਦੇ ਆ। ਆਪਾਂ ਕਿਸੇ 'ਤੇ ਕਿੰਤੂ ਨਹੀਂ ਕਰ ਸਕਦੇ ਕਿ ਰੋਜ਼ਾਨਾ ਕੇਸੀ ਇਸ਼ਨਾਨ ਕਿਉਂ ਕਰਦਾ, ਇਹ ਉਹਦੀ ਪਹੁੰਚ, ਉਹਦੀ ਭਾਵਨਾ। ਜੇਕਰ ਆਪਾਂ ਰੋਜ਼ਾਨਾ ਨਹੀਂ ਕਰ ਸਕਦੇ ਤਾਂ ਆਪਾਂ ਕਿਸੇ 'ਤੇ ਕਿੰਤੂ ਵੀ ਨਾ ਕਰੀਏ। ਇਹ ਨਹੀਂ ਵੀ ਸਮੇਤ ਕੇਸੀ ਇਸ਼ਨਾਨ ਕਰੇ, ਸਵੇਰੇ ਸਮਾਂ ਵੀ ਗਵਾਵੇ ਅਤੇ ਸਾਰਾ ਦਿਨ ਉਹ ਪਾਪ ਕਰੇ, ਇਹਨੂੰ ਮਾਨਤਾ ਨਹੀਂ, ਇਹਦੀ ਮਾਨਤਾ ਨਹੀਂ। ਵੀ ਸਵੇਰੇ ਅੰਮ੍ਰਿਤ ਵੇਲੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਨਾ, ਕੇਸੀ ਇਸ਼ਨਾਨ ਕਰਨਾ ਅਤੇ ਸਾਰਾ ਦਿਨ ਠੱਗੀਆਂ ਮਾਰਨੀਆਂ, ਪਾਪ ਕਰਨੇ। ਨਹੀਂ ਗੁਰਮੁਖੋ, ਇਸ ਤਰ੍ਹਾਂ ਨਹੀਂ। ਸਮੇਤ ਕੇਸੀ ਇਸ਼ਨਾਨ ਕਰਨਾ, ਸਾਰਾ ਦਿਨ ਪਰਮੇਸ਼ਰ ਦਾ ਧਿਆਨ ਧਰਨਾ, ਬਾਣੀ ਪੜ੍ਹਨੀ,
ਗੁਰੂ ਨੂੰ ਸਦਾ ਵਾਸਤੇ ਆਪਣੇ ਅੰਗ ਸੰਗ ਸਮਝਣਾ। ਇੱਕ ਰੋਜ਼ ਸਮੇਤ ਕੇਸੀ ਤੇ ਸਨ ਕੱਪਣੀ ਇਸ਼ਨਾਨ ਕਰਦੇ ਆ। ਤੇ ਚੌਥਾ ਇਸ਼ਨਾਨ ਹੈ ਅੰਤਰ ਬਿਰਤੀ ਦਾ ਇਸ਼ਨਾਨ। ਅੰਤਰ ਬਿਰਤੀ ਦਾ ਇਸ਼ਨਾਨ ਕਰਨਾ। ਫਿਰ ਹੋਰ ਕਿਹੜਾ ਇਸ਼ਨਾਨ ਆ? ਭਾਈ ਗੁਰਦਾਸ ਜੀ ਦਾ ਕਥਨ ਹੈ, ਤਪੜ ਝਾੜ ਵਿਛਾਈ ਧੂੜੀ ਨਹਾਇਆ। ਸੰਗਤ ਦੀ ਚਰਨ ਧੂੜ ਦੇ ਨਾਲ ਇਸ਼ਨਾਨ ਕਰਨਾ। ਜਿੱਥੇ ਸਤਸੰਗ ਹੁੰਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ਮਾਨ ਸਰੂਪ ਆ। ਕੀਰਤਨ ਹੁੰਦਾ, ਗੁਰਬਾਣੀ ਦਾ ਪ੍ਰਵਾਹ ਚੱਲਦਾ, ਕਥਾ ਹੁੰਦੀ ਆ, ਦੀਵਾਨ ਸਜਦੇ ਆ। ਉਹਨਾਂ ਵਿਛਾਈਆਂ 'ਤੇ ਜਿਨ੍ਹਾਂ 'ਤੇ ਸੰਗਤ ਬੈਠਦੀ ਆ, ਉਹਨਾਂ ਨੂੰ ਝਾੜ ਕਰਕੇ ਵਿਛਾਉਣਾ ਗੁਰਮੁਖੋ। ਇਹ ਧੂੜੀ ਦਾ ਇਸ਼ਨਾਨ। ਤੇ ਕਈ ਇਸ ਧੂੜੀ 'ਤੇ ਵੀ ਕਿੰਤੂ ਕਰਦੇ ਆ। ਨਹੀਂ ਗੁਰਮੁਖੋ, ਧੂੜੀ ਦੇ ਵਿੱਚ ਬਹੁਤ ਜ਼ਿਆਦਾ ਮਹਾਨਤਾ ਹੈ, ਬੜੀ ਜ਼ਿਆਦਾ ਸ਼ਕਤੀ ਆ। ਪਰ ਜੇ ਕੋਈ ਭਾਵਨਾ ਰੱਖੇ ਤਾਂ ਇਹ ਕਈ ਤਰ੍ਹਾਂ ਦਾ ਇਸ਼ਨਾਨ ਆ। ਅੰਤਰ ਬਿਰਤੀ ਦਾ ਇਸ਼ਨਾਨ। ਸੰਪਰਦਾਈ ਮਹਾਂਪੁਰਖਾਂ ਨੇ ਇਹਨਾਂ ਦੇ ਹੋਰ ਵੀ ਅਰਥ ਕੀਤੇ ਆ ਕਿ ਅੰਤਰ, ਜਿਸ ਤਰ੍ਹਾਂ ਕਿ ਜੀਵ ਦੇ ਅੰਦਰ ਅੰਤਰ ਸੀ, ਫਰਕ ਸੀ, ਭੇਦ ਸੀ। ਕਾਹਦਾ? ਜੀਵ ਤੇ ਈਸ਼ ਦਾ ਭੇਦ ਸੀ। ਅੰਤਰਗਤ ਉਹਨੂੰ ਨਾਸ਼ ਕਰ ਦਿੱਤਾ। ਅੰਤਰਗਤ ਤੀਰਥ, ਜਿਸ ਤਰ੍ਹਾਂ ਕਿ ਤੀਰਥ ਯਾਤਰਾ ਕਰਕੇ, ਤੀਰਥਾਂ 'ਤੇ ਇਸ਼ਨਾਨ ਕਰਕੇ ਜੀਵ ਆਪਣੇ ਆਪ ਨੂੰ ਪਵਿੱਤਰ ਸਮਝਦਾ ਹੈ। ਗੁਰੂ ਕੇ ਸਿੱਖ ਨੇ ਜਾਂ ਜਗਿਆਸੂ ਨੇ ਜੀਵ ਤੇ ਈਸ਼ ਦੇ ਭੇਦ ਨੂੰ ਮਿਟਾ ਕਰਕੇ ਅੰਤਰਗਤ ਕਰ ਦੇਣਾ। ਫਿਰ ਤੀਰਥ ਆਪਣੇ ਆਪ ਨੂੰ ਪਵਿੱਤਰ ਸਮਝਣਾ। ਅੰਤਰਗਤ ਨਹਾਓ ਨਾ, ਸਾਡੇ ਵਿੱਚ ਉਹ ਦਵੈਸ਼ ਨਹੀਂ ਰਹੀ, ਆਪਣੇ ਆਪ ਨੂੰ ਪਵਿੱਤਰ ਸਮਝਣਾ। ਦਵੈਸ਼ ਦਾ ਨਾਸ਼ ਕਰਨਾ, ਅੰਤਰ ਬਿਰਤੀ ਦਾ ਇਸ਼ਨਾਨ ਕਰਨਾ। ਸਿੱਧ ਲੋਕੋ, ਜਿਹੜੇ ਤੀਰਥਾਂ 'ਤੇ ਯਾਤਰਾ ਕਰਨੀ, ਇਸ਼ਨਾਨ ਕਰਨਾ, ਉਹਦੇ 'ਤੇ ਸਮਾਂ ਲੱਗਦਾ। ਫਿਰ ਜਦੋਂ ਤੀਰਥ ਯਾਤਰਾ ਕਰਦਾ, ਪੁੰਨ ਦਾਨ ਕਰਦਾ, ਤਪ ਕਰਦਾ, ਜੀਵ ਦੇ ਅੰਦਰ ਹੰਕਾਰ ਵੀ ਪੈਦਾ ਹੁੰਦਾ ਹੈ। ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਮੁੱਚੀ ਲਕਾਈ ਨੂੰ ਸੰਬੋਧਨ ਕਰਕੇ ਪਾਵਨ ਗੁਰਬਾਣੀ ਦੁਆਰਾ ਬਚਨ ਕਰਦੇ ਆ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਤੀਰਥ ਯਾਤਰਾ ਕਰਨੀ, ਪੁੰਨ ਦਾਨ ਕਰਨਾ, ਮਨ ਦੇ ਵਿੱਚ ਹੰਕਾਰ ਨੂੰ ਧਾਰਨ ਕਰ ਲੈਣਾ, ਉਹਨੂੰ ਫਲ ਕਿੰਨਾ ਪ੍ਰਾਪਤ ਹੁੰਦਾ ਹੈ। ਜਿਸ ਤਰ੍ਹਾਂ ਹਾਥੀ ਨੂੰ ਨਵਾਈਏ, ਨਵਾਉਣ ਤੋਂ ਬਾਅਦ ਹਾਥੀ ਆਪਣੀ ਸੁੰਡ ਦੇ ਨਾਲ ਆਪਣੇ ਸਰੀਰ 'ਤੇ ਆਪੇ ਮਿੱਟੀ ਪਾਈ ਜਾਂਦਾ। ਤੀਰਥ ਯਾਤਰਾ, ਪੁੰਨ ਦਾਨ, ਇਸ਼ਨਾਨ ਦਾ ਫਲ ਇੰਨਾ ਕੁ ਪ੍ਰਾਪਤ ਆ ਜੇਕਰ ਮਨ ਦੇ ਵਿੱਚ ਹੰਕਾਰ ਆ ਗਿਆ। ਪਰ ਇਹਨਾਂ ਦੇ ਨਾਲ ਗੁਰਮੁਖੋ ਹੰਕਾਰ ਦੀ ਨਿਵਰਤੀ ਹੁੰਦੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਹੰਕਾਰ ਦੀ ਨਿਵਰਤੀ ਵਾਸਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ। ਇਹ ਤੇ ਸੱਚੇ ਪਾਤਸ਼ਾਹ ਤੀਰਥ ਯਾਤਰਾ ਕਰਨੀ, ਬਾਣੀ ਪੜ੍ਹਨੀ, ਉਦਮ ਇਸ਼ਨਾਨ, ਸੰਗਤ ਕਰਨੀ, ਇਹ ਤੇ ਸੱਚੇ ਪਾਤਸ਼ਾਹ ਆਪ ਜੀ ਦੇ ਬਖਸ਼ਣ, ਆਪ ਜੀ ਦੇ ਬਖਸ਼ੇ ਹੋਏ ਗੁਣ ਹਨ। ਮੇਰੇ ਵਿੱਚ ਆਪਣੇ ਆਪ ਕੋਈ ਗੁਣ ਨਹੀਂ ਹੈ। ਵੇਣ ਗੁਣ ਕੀਤੇ ਭਗਤ ਨਾ ਹੋਏ। ਪਰਮੇਸ਼ਰ ਦੇ ਵੇਣ ਗੁਣ, ਤੇ ਗੁਣ ਕਹਿੰਦੇ ਪਰਉਪਕਾਰ ਨੂੰ। ਜੇਕਰ ਅਕਾਲ ਪੁਰਖ ਵਾਹਿਗੁਰੂ ਪਰਉਪਕਾਰ ਨਾ ਕਰੇ ਜੀਵ ਦੇ ਉੱਪਰ, ਆਪਣੇ ਆਪ ਕੋ ਪਰਮੇਸ਼ਰ ਦੀ ਭਗਤੀ ਆਰਾਧਨਾ ਨਹੀਂ ਕਰ ਸਕਦਾ ਹੈ। ਸਵਸਤਿਆਥ ਬਾਣੀ ਬਰਮਾਓ। ਤੇ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦੇ ਪਾਸ ਸਿੱਧ ਲੋਕਾਂ ਨੇ ਬੇਨਤੀ ਕੀਤੀ
ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ, ਜਿਸ ਤਰ੍ਹਾਂ ਕਿ ਤੀਰਥ ਯਾਤਰਾ ਬਾਰੇ, ਇਸ਼ਨਾਨ ਬਾਰੇ, ਤਪ ਬਾਰੇ, ਪੁੰਨ ਦਾਨ ਬਾਰੇ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਚਾਨਣਾ ਪਾਇਆ, ਗਿਆਤ ਬਖਸ਼ਿਸ਼ ਕੀਤੀ ਆ। ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਦੱਸੋ ਕਿ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਜਿਹੜੀ ਆ ਉਹ ਕਿਵੇਂ ਪੈਦਾ ਕੀਤੀ ਹੈ। ਜਿਸ ਤਰ੍ਹਾਂ ਕਿ ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਸਾਧੂ ਮਹਾਤਮਾ ਦੇ ਵੱਖ-ਵੱਖ ਆਪਣੇ ਵੱਖੋ ਵੱਖਰੇ ਖਿਆਲ ਆ। ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਦੱਸਣਾ ਕਰੋ ਕਿ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਕਿਵੇਂ ਪੈਦਾ ਕੀਤੀ ਆ। ਸਵਸਥ ਆਚ ਬਾਣੀ ਬਰਮਾਓ। ਸੱਚੇ ਪਾਤਸ਼ਾਹ ਜੀ ਨੇ ਸਿੱਧ ਲੋਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਬਚਨ ਕੀਤਾ ਕਿ ਸਵਸਥ ਆਚ, ਸਵਸਥ ਨਾਮ ਆ ਜਿਹੜਾ ਕਲਿਆਣ ਸਰੂਪ ਅਕਾਲ ਪੁਰਖ ਵਾਹਿਗੁਰੂ ਆ। ਬਾਣੀ ਬਰਮਾਓ। ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਚਨ ਬਾਣੀ ਉਚਾਰਨ ਕੀਤੀ ਹੈ। ਸਤ ਸੁਹਾਨ ਸਦਾ ਮਨ ਚਾਓ। ਜਦੋਂ ਸਤਿਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਗੁਰਬਾਣੀ ਉਚਾਰਨ ਕੀਤੀ, ਸ਼ਬਦ ਉਚਾਰਨ ਕੀਤਾ। ਸ਼ਬਦ ਦੀ ਧੁਨੀ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਆ। ਅਤੇ ਦੂਜਾ ਨਾਲ ਹੀ ਇੱਕ ਸਿੱਧ ਲੋਕਾਂ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਦੁੱਧ ਹੁੰਦਾ, ਦੁੱਧ ਨੂੰ ਜਮਾ ਦਈਏ ਅਤੇ ਦਹੀਂ ਬਣਦਾ, ਦਹੀਂ ਤੋਂ ਬਾਅਦ ਦੁੱਧ ਨਹੀਂ ਬਣ ਸਕਦਾ, ਪਰ ਜਦੋਂ ਦੁੱਧ ਨੂੰ ਰਿੜਕ ਦਈਏ ਫਿਰ ਉਹ ਲੱਸੀ ਬਣ ਜਾਂਦੀ ਆ। ਲੱਸੀ ਦਾ ਦੁਬਾਰਾ ਦਹੀਂ ਨਹੀਂ ਬਣਦਾ। ਜਿਸ ਤਰ੍ਹਾਂ ਇੱਕ ਬੱਚਾ ਹੁੰਦਾ ਹੈ, ਬੱਚੇ ਤੋਂ ਬਾਅਦ ਬਚਪਨ ਲੰਘ ਗਿਆ ਅਤੇ ਉਹ ਨੌਜਵਾਨ ਹੋ ਗਿਆ। ਲੱਖ ਯਤਨ ਕਰੇ, ਜਵਾਨੀ ਤੋਂ ਬਾਅਦ ਬਚਪਨ ਨਹੀਂ ਆ ਸਕਦਾ। ਜਵਾਨੀ ਤੋਂ ਬਾਅਦ ਬੁਢੇਪਾ ਆਉਂਦਾ ਹੈ। ਲੱਖ ਯਤਨ ਕਰੇ ਜੀਵ ਤੇ ਦੁਬਾਰਾ ਜਵਾਨੀ ਨਹੀਂ ਆ ਸਕਦੀ। ਇਸੇ ਤਰ੍ਹਾਂ ਪਹਿਲਾਂ ਬਚਪਨ ਸੀ, ਨੌਜਵਾਨ ਹੋਇਆ, ਗ੍ਰਸਤੀ ਜੀਵਨ ਵਿੱਚ ਪ੍ਰਵੇਸ਼ ਹੋਇਆ ਅਤੇ ਬੱਚਿਆਂ ਦਾ ਬਾਪ ਬਣ ਗਿਆ। ਜਦੋਂ ਬੱਚਿਆਂ ਦਾ ਬਾਪ ਬਣਿਆ, ਪਿਤਾ ਬਣਿਆ, ਉਸ ਤੋਂ ਬਾਅਦ ਉਹਦੇ ਬੱਚੇ ਵੱਡੇ ਹੋਏ ਆ। ਆਪਣੇ ਬੱਚਿਆਂ ਦੀ ਸ਼ਾਦੀ ਕੀਤੀ, ਆਨੰਦ ਕਾਰਜ ਕੀਤਾ ਅਤੇ ਪੋਤਰਿਆਂ ਵਾਲਾ ਬਣਿਆ। ਅਵਸਥਾ ਜਿਹੜੀ ਆ ਤਬਦੀਲ ਹੋ ਗਈ ਆ। ਦੁਬਾਰਾ ਪਿੱਛੇ ਨੂੰ ਜੀਵ ਨਹੀਂ ਮੁੜ ਸਕਦਾ। ਪਦਾਰਥ ਵੀ ਆ ਜਿਹੜੇ ਉਹ ਦੁਬਾਰਾ ਤਬਦੀਲ ਨਹੀਂ ਹੋ ਸਕਦੇ। ਅਤੇ ਸੱਚੇ ਪਾਤਸ਼ਾਹ ਕੀ ਜਿਹੜਾ ਪਰਮੇਸ਼ਰ ਸੀ, ਸ੍ਰਿਸ਼ਟੀ ਪੈਦਾ ਕਰਨ ਤੋਂ ਪਹਿਲਾਂ ਉਹ ਹੋਰ ਤਰ੍ਹਾਂ ਦਾ ਸੀ। ਸ੍ਰਿਸ਼ਟੀ ਪੈਦਾ ਕਰਕੇ ਕੀ ਉਹਦੇ ਵਿੱਚ ਵੀ ਤਬਦੀਲੀ ਆਈ ਆ। ਸੱਚੇ ਪਾਤਸ਼ਾਹ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਬਚਨ ਕਰਦੇ ਕਿ ਸਤ ਸੁਹਾਣ, ਸਤ ਨਾਮ ਆ ਸੱਚ ਦਾ, ਸਦੀਵ ਕਾਲ ਅਟਲ ਅਤੇ ਏਕ ਰਸ ਰਹਿਣ ਵਾਲੇ ਦਾ। ਸੁਹਾਣ ਨਾਮ ਆ ਸੋਭਾ ਵਾਲੇ ਦਾ। ਸਿੱਧ ਲੋਕੋ, ਜਿਹੜਾ ਅਕਾਲ ਪੁਰਖ ਵਾਹਿਗੁਰੂ ਆ ਉਹ ਆਮ ਵਸਤੂ ਵਰਗਾ ਨਹੀਂ ਅਤੇ ਆਮ ਇਨਸਾਨ ਵਰਗਾ ਵੀ ਨਹੀਂ। ਉਹਦੇ ਵਿੱਚ ਕਦੇ ਵਾਸਤੇ ਤਬਦੀਲੀ ਨਹੀਂ ਆਉਂਦੀ। ਜਿਸ ਤਰ੍ਹਾਂ ਦੁੱਧ ਤੋਂ ਦਹੀਂ, ਦਹੀਂ ਤੋਂ ਲੱਸੀ ਬਣੀ ਆ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕਦੇ ਵਾਸਤੇ ਤਬਦੀਲੀ ਨਹੀਂ ਆਉਂਦੀ। ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਕਦੇ ਵਾਸਤੇ ਬਚਪਨ ਅਤੇ ਨਾ ਜਵਾਨੀ ਅਤੇ ਨਾ ਉਹਦੀ ਅਵਸਥਾ ਕਦੇ ਬਜ਼ੁਰਗ ਹੀ ਰਹਿੰਦੀ ਆ। ਉਹ ਕੀ ਆ? ਸਤ ਸਦੀਵ ਕਾਲ ਅਟਲ ਰਹਿਣ ਵਾਲਾ, ਸਵਸਥ, ਫਿਰ ਉਹ ਸੋਭਾ ਵਾਲਾ। ਸਤ ਸੁਹਾਣ ਸਦਾ ਮਨ ਚਾਓ। ਅਤੇ ਸਦਾ ਚੇਤਨ ਅਤੇ ਆਨੰਦ ਸਰੂਪ ਆ। ਉਹਦੇ ਵਿੱਚ ਕਦੇ ਵਾਸਤੇ ਸਿੱਧ ਲੋਕੋ ਤਬਦੀਲੀ ਨਹੀਂ ਆਉਂਦੀ ਹੈ। ਕਵਣ ਸੋ ਵੇਲਾ ਵਕਤ ਕਵਣ। ਕਵਣ ਸੋ ਵੇਲਾ। ਵੇਲਾ ਹਿੰਦੂ ਮਤ ਦੇ ਅਨੁਸਾਰ ਕਿਹਾ ਜਾਂਦਾ ਹੈ ਵੀ ਕਿਹੜਾ ਉਹ ਵੇਲਾ ਸੀ। ਵਕਤ ਕਵਣ। ਵਕਤ ਫਾਰਸੀ ਭਾਸ਼ਾ ਦਾ ਸ਼ਬਦ ਹੈ। ਸੱਚੇ ਪਾਤਸ਼ਾਹ ਸਾਨੂੰ ਕਿਰਪਾ ਦ੍ਰਿਸ਼ਟੀ ਕਰਕੇ ਦੱਸੋ ਕਿ ਹਿੰਦੂ ਮਤ ਦੇ ਸਮੇਂ ਉਹ ਕਿਹੜਾ ਵੇਲਾ ਸੀ।
ਮੁਸਲਮਾਨੀ ਮਤ ਦੇ ਅਨੁਸਾਰ ਉਹ ਕਿਹੜਾ ਵਕਤ ਸੀ? ਕਵਣ ਥਿਤ ਕਵਣ ਵਾਰ। ਕਿਹੜੀ ਥਿਤ ਸੀ ਤੇ ਕਿਹੜਾ ਵਾਰ ਸੀ? ਸੋਮਵਾਰ, ਮੰਗਲਵਾਰ, ਬੁੱਧਵਾਰ, ਇਹਨਾਂ 7 ਵਾਰਾਂ ਦੇ ਵਿੱਚੋਂ ਕਿਹੜਾ ਵਾਰ ਸੀ? 15 ਥਿੱਤਾਂ ਦੇ ਵਿੱਚੋਂ ਕਿਹੜੀ ਥਿੱਤ ਸੀ? ਕਵਣ ਸੇ ਰੁੱਤੀ ਮਾਹੋ ਕਵਨ। ਜਿਸ ਤਰ੍ਹਾਂ ਕਿ 6 ਰੁੱਤਾਂ ਹੁੰਦੀਆਂ, ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ, ਸ੍ਰਿਸ਼ਟੀ ਨੂੰ ਬਣਾਉਣਾ, ਸ੍ਰਿਸ਼ਟੀ ਪੈਦਾ ਕੀਤੀ ਆ, ਉਦੋਂ ਕਿਹੜੀ ਰੁੱਤ ਸੀ? ਜਿਸ ਤਰ੍ਹਾਂ ਕਿ ਸਾਲ ਦੇ 12 ਮਹੀਨੇ ਹੁੰਦੇ ਆ, ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਰੁੱਤ ਦੱਸਣਾ ਕਰੋ, ਜਾਓ ਮਹੀਨਾ ਦੱਸਣਾ ਕਰੋ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ, ਬਣਾਈ ਹੈ। ਜਿਤ ਹੋਆ ਆਕਾਰ। ਜਿਤ ਜਦੋਂ ਹੋਇਆ ਹੈ ਆਕਾਰ, ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਆ। ਸੱਚੇ ਪਾਤਸ਼ਾਹ ਸਾਨੂੰ ਉਹ ਮਹੀਨਾ ਦੱਸੋ, ਸਾਨੂੰ ਉਹ ਵਾਰ ਦੱਸੋ, ਸਾਨੂੰ ਉਹ ਰੁੱਤ ਦੱਸੋ, ਸਾਨੂੰ ਉਹ ਥਿਤ ਦੱਸੋ, ਉਹ ਸਮਾਂ ਤੇ ਵੇਲਾ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਦੱਸਣਾ ਕਰੋ। ਵੇਲ ਨਾ ਪਾਈਆ ਪੰਡਤੀ। ਫਿਰ ਸਿੱਧ ਲੋਕਾਂ ਦੀ ਇਸ ਬੇਨਤੀ ਨੂੰ ਸੁਣ ਕਰਕੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਆ, ਵੇਲ ਨਾ ਪਾਈਆ ਪੰਡਤੀ। ਇਹ ਸਿੱਧ ਲੋਕੋ ਜਿਵੇਂ ਬਿਆਸ ਵਰਗੇ ਆ, ਪੰਡਤ ਸਨ, ਵਿਦਵਾਨ ਸਨ, ਉਹਨਾਂ ਨੂੰ ਵੀ ਸਮੇਂ ਦੇ ਬਾਰੇ, ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕੀਤੀ, ਉਹਦੇ ਬਾਰੇ ਕੋਈ ਜਾਣਕਾਰੀ ਗਿਆਤ ਨਹੀਂ ਹੈ। ਜੇ ਹੋਵੇ ਲੇਖ ਪੁਰਾਣ। ਪਰ ਜੇਕਰ ਬਿਆਸ ਵਰਗੇ ਜਾਂ ਹੋਰ ਜਿਹੜੇ ਪੰਡਤ ਵਿਦਵਾਨ ਆ, ਉਹਨਾਂ ਨੂੰ ਪਤਾ ਹੁੰਦਾ, ਜਿਸ ਤਰ੍ਹਾਂ ਕਿ ਹਿੰਦੂ ਮਤ ਦੇ 18 ਪ੍ਰਾਣ ਆ, ਅਕਾਲ ਪੁਰਖ ਦੀ ਸ੍ਰਿਸ਼ਟੀ ਬਣਾਉਣ ਦਾ ਜੇਕਰ ਉਹਨਾਂ ਨੂੰ ਵੇਲਾ ਸਮਾਂ ਪਤਾ ਹੁੰਦਾ, ਉਹ ਫਿਰ 18 ਪ੍ਰਾਣ ਧਾਰਮਿਕ ਗ੍ਰੰਥਾਂ ਦੇ ਵਿੱਚ ਜ਼ਰੂਰ ਪਰਮੇਸ਼ਰ ਦੀ ਸ੍ਰਿਸ਼ਟੀ ਬਣਾਉਣ ਦਾ ਉਹ ਸਮਾਂ ਨਿਯਤ ਕਰਦੇ। ਵਕਤ ਨਾ ਪਾਇਓ ਕਾਦੀਆ। ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਜਵਾਬ ਨੂੰ ਸੁਣ ਕਰਕੇ ਸਿੱਧ ਲੋਕਾਂ ਨੇ ਬਚਨ ਕੀਤਾ ਕਿ ਸੱਚੇ ਪਾਤਸ਼ਾਹ ਜੀ, ਜਿਵੇਂ ਹਿੰਦੂ ਮਤ ਦੇ ਵਿਦਵਾਨ ਪੰਡਤ ਜਾਂ ਧਾਰਮਿਕ ਗ੍ਰੰਥ ਆ, ਉਹਨਾਂ ਦੇ ਵਿੱਚ ਸ੍ਰਿਸ਼ਟੀ ਦਾ ਕੋਈ ਜ਼ਿਕਰ ਨਹੀਂ ਆਉਂਦਾ ਕਿ ਕਦੋਂ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਆ, ਕਿਸ ਸਮੇਂ ਬਣਾਈ ਆ। ਫਿਰ ਸੱਚੇ ਪਾਤਸ਼ਾਹ ਜੀ ਜਿਹੜੇ ਹਿੰਦੂ ਵਾਹਿਗੁਰੂ ਮੁਸਲਮਾਨੀ ਮਤ ਦੇ ਪਕੰਬਰ ਆ, ਪੀਰ ਆ, ਉਹਨਾਂ ਨੂੰ ਤਾਂ ਪਤਾ ਹੋਣਾ। ਸੱਚੇ ਪਾਤਸ਼ਾਹ ਸਿੱਧ ਲੋਕਾਂ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸੱਚੇ ਪਾਤਸ਼ਾਹ ਸਮਝਾਉਂਦੇ, ਵਕਤ ਨਾ ਪਾਊ ਕਾਦੀਆ। ਜਿਹੜੇ ਕਾਜੀ ਲੋਕ ਆ, ਮੁਸਲਮਾਨੀ ਮਤ ਦੇ ਜਿਹੜੇ ਵਿਦਵਾਨ ਆ, ਉਹਨਾਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਦੇ ਸ੍ਰਿਸ਼ਟੀ ਸਾਜਣ ਦਾ ਕੋਈ ਵੀ ਭੇਤ ਪਤਾ ਨਹੀਂ, ਗਿਆਤ ਨਹੀਂ ਹੈ। ਜੇ ਲੇਖਨ ਲੇਖ ਕੁਰਾਨ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਜੇਕਰ ਮੁਸਲਮਾਨੀ ਮਤ ਦੇ ਪਕੰਬਰਾਂ ਨੂੰ ਪਤਾ ਹੁੰਦਾ, ਉਹ ਕੁਰਾਨ ਸ਼ਰੀਫ ਦੇ ਵਿੱਚ ਪਰਮੇਸ਼ਰ ਦੀ ਸ੍ਰਿਸ਼ਟੀ ਸਾਜਣ ਦਾ ਸਮਾਂ ਜ਼ਰੂਰ ਲਿਖ ਦਿੰਦੇ। ਥਿਤ ਵਾਰ ਨਾ ਜੋਗੀ ਜਾਣੈ। ਫਿਰ ਸੱਚੇ ਪਾਤਸ਼ਾਹ ਜੋਗੀਆਂ ਨੂੰ ਪਤਾ ਹੋਣਾ ਹੈ ਕਿ ਜੋਗੀਆਂ ਨੂੰ ਬੜੀ ਗਿਆਤ ਹੁੰਦੀ ਆ, ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਹੁੰਦੇ ਆ, ਬੜੀਆਂ ਰਿੱਧੀਆਂ ਸਿੱਧੀਆਂ ਉਹਨਾਂ ਦੇ ਕੋਲੇ ਹੁੰਦੀਆਂ, ਯੋਗ ਸਾਧਨਾ ਕਰਕੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ। ਸੱਚੇ ਪਾਤਸ਼ਾਹ ਜੋਗੀਆਂ ਦੇ ਬਾਰੇ ਵੀ ਕਥਨ ਕਰਦੇ ਕਿ ਥਿਤ ਵਾਰ ਨਾ ਜੋਗੀ ਜਾਣਾ। ਥਿਤ ਜਾਂ ਵਾਰ ਪਰਮੇਸ਼ਰ ਨੇ ਕਿਹੜੀ ਥਿਤ ਕਿਹੜੇ ਵਾਰ ਨੂੰ ਇਹ ਸ੍ਰਿਸ਼ਟੀ ਬਣਾਈ ਆ, ਇਹ ਜੋਗੀ ਵੀ ਨਹੀਂ ਜਾਣਦੇ ਹਨ। ਰੁੱਤ ਮਾਹੋ ਨਾ ਕੋਈ। ਨਾ ਰੁੱਤ ਜਾਣਦੇ ਜੋਗੀ ਲੋਕ ਤੇ ਨਾ ਮਹੀਨਾ ਜਾਣਦੇ ਹਨ। ਜਾ ਕਰਤਾ ਸਿਰਠੀ ਕਉ ਸਾਜੇ। ਫਿਰ ਸੱਚੇ ਪਾਤਸ਼ਾਹ ਇਸ ਸ੍ਰਿਸ਼ਟੀ ਦੇ ਬਾਰੇ ਕਦੋਂ ਬਣੀ ਆ, ਕਿਸ ਤਰ੍ਹਾਂ ਬਣਾਈ ਆ, ਇਹਦੇ ਬਾਰੇ ਸਾਨੂੰ ਕੁਝ ਨਾ ਕੁਝ ਤੇ ਸੋਝੀ ਦੱਸੋ ਕਿ ਕਦੋਂ ਬਣਾਈ ਆ, ਕਿਸ ਤਰ੍ਹਾਂ ਬਣਾਈ ਆ।
ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਸੱਚੇ ਪਾਤਸ਼ਾਹ ਕਥਨ ਕਰਦੇ ਆ, ਜਾ ਕਰਤਾ, ਜਿਹੜਾ ਕਰਤਾ ਅਕਾਲ ਪੁਰਖ ਵਾਹਿਗੁਰੂ ਆ, ਸ੍ਰਿਸ਼ਟੀ ਕੋ ਸਾਂਝਾ। ਸ੍ਰਿਸ਼ਟੀ ਨਾਮ ਆ ਸ੍ਰਿਸ਼ਟੀ ਦਾ, ਧਰਤੀ ਦਾ, ਫਿਰ ਜਿਹੜੀ ਪ੍ਰਕਿਰਤੀ ਬਣਾਈ ਆ ਉਹ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ। ਆਪੇ ਜਾਣੈ ਸੋਈ, ਆਪਣੇ ਆਪ ਹੀ ਜਾਣਦਾ, ਕਿਸੇ ਨੂੰ ਕੋਈ ਸ੍ਰਿਸ਼ਟੀ ਬਾਰੇ ਕੋਈ ਗਿਆਤ ਨਹੀਂ ਹੈ। ਕੇਵ ਕਰ ਆਖਾ ਕੇਵ ਸਾਲਾਹੀ। ਸੱਚੇ ਪਾਤਸ਼ਾਹ ਜੇਕਰ ਜੋਗੀਆਂ ਨੂੰ ਨਹੀਂ ਪਤਾ, ਕਾਜੀ ਲੋਕਾਂ ਨੂੰ ਨਹੀਂ ਪਤਾ, ਜਿਹੜੇ ਹਿੰਦੂ ਮਤ ਦੇ, ਸਨਾਤਨ ਮਤ ਦੇ ਜਿਹੜੇ ਪੰਡਤ ਵਿਦਵਾਨ ਲੋਕ ਆ, ਉਹਨਾਂ ਨੂੰ ਨਹੀਂ ਪਤਾ, ਤੇ ਸੱਚੇ ਪਾਤਸ਼ਾਹ ਆਪ ਜੀ ਨੂੰ ਤੇ ਗਿਆਤ ਹੋਵੇਗੀ ਨਾ ਕਿ ਅਕਾਲ ਪੁਰਖ ਵਾਹਿਗੁਰੂ ਦਾ ਆਪ ਸਰੂਪ ਹੋ, ਕਿ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਕਦੋਂ ਤੇ ਕਿਸ ਤਰ੍ਹਾਂ ਬਣਾਈ ਆ। ਸੱਚੇ ਪਾਤਸ਼ਾਹ ਕਥਨ ਕਰਦੇ ਆ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਕਿ ਕੇਵ ਕਰ ਆਖਾਂ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਕਿਸ ਤਰ੍ਹਾਂ ਕਹਿਣਾ ਕਰੀਏ। ਕਿਉ ਵਰਨੀ ਕਿਵ ਜਾਣਾ, ਕੇਵ ਕਰ ਆਖਾ ਕੇਵ ਸਲਾਹੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਸ ਤਰ੍ਹਾਂ ਹੀ ਸਿਫਤ ਸਲਾਹ ਕਰੀਏ, ਕਿਸ ਤਰ੍ਹਾਂ ਵਰਣਨ ਕਰਨਾ ਕਰੀਏ। ਕਿਉ ਵਰਨੀ ਕਿਵ ਜਾਣਾ, ਫਿਰ ਕਿਸ ਤਰ੍ਹਾਂ ਉਸ ਅਕਾਲ ਪੁਰਖ ਦਾ, ਅਕਾਲ ਪੁਰਖ ਵਾਹਿਗੁਰੂ ਦਾ ਵਰਣਨ ਕਰੀਏ। ਨਾਨਕ ਆਖਣ ਸਭ ਕੋ ਆਖੈ। ਸੱਚੇ ਪਾਤਸ਼ਾਹ ਜੇ ਕੋਈ ਅਕਾਲ ਪੁਰਖ ਵਾਹਿਗੁਰੂ ਦਾ ਸੰਪੂਰਨ ਤੌਰ 'ਤੇ ਆਪਣੇ ਗਿਆਨ ਦੇ ਬਾਰੇ, ਆਪਣੀ ਸੋਝੀ ਮਤ ਦੇ ਮੁਤਾਬਕ ਦੱਸਣਾ ਕਰੇ, ਨਾਨਕ ਆਖਣ ਸਭ ਕੋ ਆਖੈ। ਜੇ ਕੋਈ ਜੀਵ ਆਪਣੀ ਗਿਆਤ, ਆਪਣੀ ਸਿਆਣਪ ਬੁੱਧੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਸੰਪੂਰਨ ਤੌਰ 'ਤੇ ਦੱਸਣਾ ਕਰੇ। ਇੱਕ ਦੂ ਇੱਕ ਸਿਆਣਾ, ਫਿਰ ਇੱਕ ਦੋ ਗੁਰਮੁਖੋ ਜਿਹੜਾ ਸੰਪਰਦਾਈ ਪਾਠ ਆ ਨਾ, ਇੱਕ ਦੋ ਪਾਠ ਇਕੱਠਾ ਹੈ। ਸੰਪਰਦਾ ਦੇ ਵਿੱਚ ਇਹਨਾਂ ਪਾਠਾਂ ਦੇ ਬਾਰੇ ਸੋਝੀ ਦਿੱਤੀ ਜਾਂਦੀ, ਗਿਆਤ ਦਿੱਤੀ ਜਾਂਦੀ ਆ ਕਿ ਇਸ ਪਾਠ ਨੂੰ ਕਿਸ ਤਰ੍ਹਾਂ ਬੋਲਣਾ। ਸੰਪਰਦਾਈ ਮਹਾਂਪੁਰਖ ਜਾਂ ਜਿਹੜੇ ਸੰਪਰਦਾਇ ਗਿਆਨੀ ਵਿਦਵਾਨ ਆ, ਉਹਨਾਂ ਦੇ ਕਥਨ ਅਨੁਸਾਰ ਪਾਠਾਂ ਦੇ ਭੇਦ ਦੱਸੇ ਜਾਂਦੇ ਆ, ਉਚਾਰਨ ਦੱਸੇ ਜਾਂਦੇ ਆ, ਫਿਰ ਪਾਠਾਂ ਦਾ ਅਰਥ ਦੱਸਿਆ ਜਾਂਦਾ। ਅਤੇ ਕਈ ਪ੍ਰੇਮੀ ਕਹਿ ਦਿੰਦੇ ਆ ਕਿ ਨਹੀਂ, ਜਿਸ ਬੰਦੇ ਨੂੰ ਪੰਜਾਬੀ ਗੁਰਮੁਖੀ ਪੜ੍ਹਨੀ ਆਉਂਦੀ ਆ ਉਹਦੇ ਵਾਸਤੇ ਗੁਰਬਾਣੀ ਪੜ੍ਹਨੀ ਕੋਈ ਔਖੀ ਨਹੀਂ। ਗੁਰਮੁਖੋ, ਜੇਕਰ ਇਸੇ ਗੱਲ ਨੂੰ ਲੈ ਕਰਕੇ ਆਪਾਂ ਚੱਲਾਂਗੇ, ਲਾਗ ਕੰਨਾ ਮਾਤਰ ਨਾ ਲਾਉਣ ਦੇ ਨਾਲ ਗੁਰਬਾਣੀ ਦਾ ਅਰਥ ਤੋਂ ਅਨਰਥ ਹੋ ਜਾਂਦਾ। ਸ਼ੁੱਧ ਗੁਰਬਾਣੀ ਦਾ ਉਚਾਰਨ ਕਰਨਾ, ਇਹ ਸੱਚੇ ਪਾਤਸ਼ਾਹ ਨੇ ਸਾਨੂੰ ਹਦਾਇਤ ਕੀਤੀ ਹੈ। ਅਤੇ ਜਪਜੀ ਸਾਹਿਬ ਜਾਂ ਗੁਰਬਾਣੀ ਪੜ੍ਹਨ ਦਾ ਕਿੰਨਾ ਕੁ ਮਹਾਤਮ ਆ। ਪਾਵਨ ਗੁਰਬਾਣੀ ਦੇ ਬਚਨ ਹਨ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਜਿਸ ਤਰ੍ਹਾਂ ਕਿ ਪੁਰਾਤਨ ਸਮੇਂ ਦੇ ਵਿੱਚ ਇੱਕ ਯੱਗ ਕਰਦੇ ਸਨ ਅਤੇ ਬੜੀ ਮੁਸ਼ਕਿਲ ਦੇ ਨਾਲ ਉਹ ਸੰਪੂਰਨ ਹੁੰਦਾ ਸੀ, ਪਰ ਵਿਘਨ ਪੈ ਜਾਂਦੇ ਸਨ। ਕਿਸੇ ਵਿਰਲੇ ਗੁਰਮੁਖ ਪਿਆਰੇ ਦਾ ਜੱਗ ਸੰਪੂਰਨ ਹੁੰਦਾ ਸੀ। ਅਤੇ ਗੁਰਮੁਖੋ, ਗੁਰਬਾਣੀ ਪੜ੍ਹਨ ਦਾ ਕਿੰਨਾ ਕੁ ਮਹੱਤਵ। ਕਈ ਕੋਟਕ ਜਗ ਫਲਾ, ਗੁਰਬਾਣੀ ਪੜ੍ਹਨੀ ਭਾਵਨਾ ਦੇ ਨਾਲ, ਪੜ੍ਹਾ ਕਰਕੇ ਸੁਣਨੀ। ਸੁਣਨਾ ਗੁਰਮੁਖੋ ਪੜ੍ਹਨ ਨਾਲੋਂ ਵੀ ਔਖਾ ਹੈ। ਜਦੋਂ 10-15 ਮਿੰਟ ਆਪਾਂ ਗੁਰਬਾਣੀ ਸੁਣਾਂਗੇ, ਕਥਾ ਕੀਰਤਨ ਸੁਣਾਂਗੇ, ਅਤੇ ਨਾਲ ਦੀ ਨਾਲ ਸਾਨੂੰ ਨੀਂਦ ਆਉਂਦੀ ਆ। ਆਪਾਂ ਦੇਖਦੇ ਨਾ, ਕਈ ਦਰਬਾਰ ਵਿੱਚ ਆਉਂਦੇ ਹੁੰਦੇ ਆ ਅਤੇ ਉਹਨਾਂ ਨੇ ਧੌਣਾ ਥੱਲੇ ਨੂੰ ਸੁੱਟੀਆਂ ਹੁੰਦੀਆਂ, ਸੁੱਤੇ ਹੁੰਦੇ ਆ, ਪਤਾ ਨਹੀਂ ਗਾ ਵੀ ਕੀ ਹੋਇਆ, ਕੀ ਕਿਹਾ ਅਤੇ ਕੀ ਸੁਣਿਆ। ਗੁਰਮੁਖੋ, ਇਹ ਵੀ ਇੱਕ ਰੋਗ ਆ। ਜਿਸ ਜੀਵ ਨੂੰ ਦਰਬਾਰ ਵਿੱਚ ਜਾ ਕਰਕੇ ਨੀਂਦ ਆਉਂਦੀ ਹੈ ਨਾ, ਗੁਰਮੁਖੋ, ਇਹ ਵੀ ਇੱਕ ਰੋਗ ਆ। ਇਹ ਵੀ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਇਹਨੂੰ ਕਹਿੰਦੇ ਗੜਾਕਾ ਰੋਗ। ਪਰਮੇਸ਼ਰ ਦੀ ਦਰਗਾਹ ਵਿੱਚ ਜਾਣਾ, ਪਰਮੇਸ਼ਰ ਕੀ ਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਆ।
ਪਰਮੇਸ਼ਰ ਦੀ ਦਰਗਾਹ ਵਿੱਚ ਜਾਣਾ ਤੇ ਜਾ ਕਰਕੇ ਸੌ ਜਾਣਾ, ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਆ। ਇਹ ਵੀ ਇੱਕ ਰੋਗ ਆ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਕਈ ਕੋਟਿਕ ਜਗ ਫਲਾ, ਜਗ ਇੱਕ ਨਹੀਂ ਹੁੰਦਾ, ਪਰ ਭਾਵਨਾ ਦੇ ਨਾਲ ਗੁਰਬਾਣੀ ਸੁਣਨੀ, ਭਾਵਨਾ ਦੇ ਨਾਲ ਗੁਰਬਾਣੀ ਪੜ੍ਹਨੀ, ਇੱਕ ਜਗ ਨਹੀਂ, ਕਰੋੜਾਂ ਜੱਗਾਂ ਦਾ ਫਲ ਉਸ ਜੀਵ ਨੂੰ ਪ੍ਰਾਪਤ ਹੁੰਦਾ ਜਿਹੜਾ ਭਾਵਨਾ ਦੇ ਨਾਲ ਪੜ੍ਹਦਾ, ਭਾਵਨਾ ਦੇ ਨਾਲ ਸੁਣਦਾ। ਤੇ ਫਿਰ ਕਲਯੁਗ ਦੇ ਸਮੇਂ ਅਨੁਸਾਰ ਸੱਚੇ ਪਾਤਸ਼ਾਹ ਨੇ ਇਹ ਜਗ ਦੀ ਇੱਕ ਪਰੰਪਰਾ ਬਣਾਈ ਆ। ਕਿਉਂ? ਪਹਿਲੇ ਯੁੱਗਾਂ ਦਾ ਜ਼ਮਾਨਾ ਬਦਲ ਗਿਆ, ਜਗ ਕਰਨ ਦੀ ਪਰੰਪਰਾ ਚਲਾਈ ਆ। ਸਿੱਖ ਧਰਮ ਦੀ ਰੀਤੀ ਅਨੁਸਾਰ ਜਗ ਕਿਸ ਤਰ੍ਹਾਂ ਕੀਤਾ ਜਾਂਦਾ? ਘਰੇ ਪਰਿਵਾਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲਿਆ ਕਰਕੇ ਤੇ ਬੇਨਤੀ ਕਰਕੇ ਸਹਿਜ ਪਾਠ ਸੁਣਨਾ, ਸਹਿਜ ਪਾਠ ਕਰਾਉਣਾ। ਗ੍ਰੰਥੀ ਸਿੰਘ ਨੇ ਪੜ੍ਹਨਾ, ਪਰਿਵਾਰ ਨੇ ਸੰਗਤ ਨੇ ਬੈਠ ਕਰਕੇ ਸੁਣਨਾ। ਗੁਰਮੁਖੋ, ਜਿਹੜੀ ਸਹਿਜ ਪਾਠ ਦੀ ਮਰਜ਼ਾਦਾ ਪਰੰਪਰਾ, ਇਹ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਰੰਭ ਕੀਤੀ ਸੀ, ਚਲਾਈ ਸੀ। ਤੇ ਕਈ ਪ੍ਰੇਮੀ ਇਹ ਵੀ ਕਹਿ ਦਿੰਦੇ ਕਿ ਖੰਡ ਪਾਠ ਦੀ, ਸਹਿਜ ਪਾਠ ਦੀ ਕੋਈ ਮਰਜ਼ਾਦਾ ਨਹੀਂ, ਐਵੇਂ ਜਥੇਬੰਦੀਆਂ ਸੰਪਰਦਾਵਾਂ ਵਾਲੇ ਆਪਣੀ ਮਨਮਰਜ਼ੀ ਨਾਲ ਕਰੇ ਜਾਂਦੇ ਆ। ਗੁਰਮੁਖੋ, ਇਸ ਤਰ੍ਹਾਂ ਨਹੀਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੀ ਤੋਂ ਉਪਰੰਤ ਪਹਿਲਾ ਸਹਿਜ ਪਾਠ ਕੋਠਾ ਸਾਹਿਬ ਵਾਲੀ ਜਗ੍ਹਾ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਵਾਇਆ ਸੀ। ਤੇ ਕਰਨ ਵਾਲੇ ਕੌਣ ਸਨ? ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਦਰਬਾਰ ਸਾਹਿਬ ਦੇ ਗ੍ਰੰਥੀ ਪੰਜਵੇਂ ਪਾਤਸ਼ਾਹ ਨੇ ਨੀਯਤ ਕੀਤੇ ਸਨ। ਬਾਬਾ ਬੁੱਢਾ ਸਾਹਿਬ ਜੀ ਗੁਰਬਾਣੀ ਦਾ ਪਾਠ ਕਰਿਆ ਕਰਦੇ ਸਨ। ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਮੇਤ ਸੰਗਤਾਂ ਦੇ ਪਾਵਨ ਗੁਰਬਾਣੀ ਦਾ ਸਹਿਜ ਪਾਠ ਸੁਣਿਆ ਕਰਦੇ ਸਨ। ਬਾਬਾ ਬੁੱਢਾ ਸਾਹਿਬ ਜੀ ਸਹਿਜ ਪਾਠ ਕਰਦੇ, ਛੇਵੇਂ ਪਾਤਸ਼ਾਹ ਸਮਰੱਥ ਗੁਰੂ ਗੁਰਬਾਣੀ ਦਾ ਸਹਿਜ ਪਾਠ ਆਪ ਸੁਣਦੇ ਸਨ। ਕਿ ਸਾਡੀ ਅਵਸਥਾ ਛੇਵੇਂ ਪਾਤਸ਼ਾਹ ਦੇ ਨਾਲੋਂ ਵੱਡੀ ਹੋ ਗਈ ਕਿ ਸਹਿਜ ਪਾਠ ਗ੍ਰੰਥੀ ਕਰੇ ਤੇ ਪਰਿਵਾਰ ਸੁਣੇ ਨਾ? ਗੁਰਮੁਖੋ, ਸਵੇਰ ਦੇ ਟਾਈਮ, ਸ਼ਾਮ ਦੇ ਟਾਈਮ ਦੀਵਾਨ ਸਬਜ਼ਾ ਬਾਬਾ ਬੁੱਢਾ ਸਾਹਿਬ ਜੀ ਪਾਠ ਕਰਦੇ, ਸਮੇਤ ਸੰਗਤਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਦੀਵਾਨ ਵਿੱਚ ਬੈਠ ਕਰਕੇ ਭਾਵਨਾ ਦੇ ਨਾਲ ਗੁਰਬਾਣੀ ਦਾ ਪਾਠ ਸਰਵਣ ਕਰਿਆ ਕਰਦੇ ਸਨ। ਛੇਵੇਂ ਪਾਤਸ਼ਾਹ ਨੇ ਸ੍ਰੀ ਸਹਿਜ ਪਾਠ ਦੀ ਇਹ ਮਰਜ਼ਾਦਾ ਪਰੰਪਰਾ ਆਰੰਭ ਕੀਤੀ। ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਜ਼ਾਦਾ ਪਰੰਪਰਾ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਚਲਾਈ। ਜਦੋਂ ਸਮੇਤ ਪਰਿਵਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿੱਥੇ ਹਿੰਦੂ ਮਤ ਦਾ ਤਰਵੇਣੀ ਨਾਮੇ ਤੀਰਥ ਆ, ਗੰਗਾ, ਜਮਨਾ ਤੇ ਸਰਸਵਤੀ, ਇਹ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਹਿੰਦੂ ਮਤ ਦਾ ਤੀਰਥਾਂ ਨੂੰ ਪ੍ਰਯਾਗਰਾਜ ਵੀ ਕਹਿੰਦੇ ਆ। ਜਦੋਂ ਮੰਜ਼ਲਾਂ ਨੂੰ ਮਾਰਦੇ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਹੋਏ ਨੌਵੇਂ ਪਾਤਸ਼ਾਹ ਜਦੋਂ ਉੱਥੇ ਗਏ, ਉਹਨਾਂ ਦੇ ਮਾਤਾ ਨਾਨਕੀ ਜੀ ਨੇ ਬਚਨ ਕੀਤੇ ਸਨ ਕਿ ਲਾਲ ਜੀ, ਤੁਹਾਡੇ ਪਿਤਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸਨ ਕਿ ਤੁਸੀਂ ਆਪਣੇ ਪੋਤਰੇ ਦੇ ਦਰਸ਼ਨ ਕਰੋਗੇ। ਤੁਹਾਡੇ ਆਨੰਦ ਕਾਰਜ ਹੋਏ ਨੂੰ ਬਹੁਤ ਸਮਾਂ ਹੋ ਗਿਆ। ਉਹ ਸੁਭਾਗਾ ਸਮਾਂ ਕਦੋਂ ਆਵੇਗਾ? ਜਦੋਂ ਮੈਂ ਆਪਣੇ ਤੇਜ ਪ੍ਰਤਾਪੀ ਪੋਤਰੇ ਦੇ ਦਰਸ਼ਨ ਕਰਾਂਗੇ। ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਨਾਨਕੀ ਜੀ, ਤੁਸੀਂ ਆਪਣੇ ਪੋਤਰੇ ਦੇ ਦਰਸ਼ਨ ਕਰੋਗੇ ਜਿਹੜੇ ਬੜੇ ਤੇਜ ਪ੍ਰਤਾਪੀ ਹੋਣਗੇ।
ਮਾਤਾ ਜੀ ਨੇ ਬਚਨ ਕੀਤਾ ਆਪਣੇ ਸੁਪੁੱਤਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ। ਫਿਰ 9ਵੇਂ ਪਾਤਸ਼ਾਹ ਨੇ ਬਚਨ ਕੀਤਾ, ਮਾਤਾ ਜੀ ਇੱਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਓ। ਮਾਤਾ ਜੀ ਦੀ ਬੇਨਤੀ ਤੇ 9ਵੇਂ ਪਾਤਸ਼ਾਹ ਜੀ ਨੇ ਤਰਬੇਣੀ ਸਾਹਿਬ ਵਾਲੀ ਜਗ੍ਹਾ ਤੇ ਪਹਿਲਾ ਗੁਰਮੁਖੋ ਅਖੰਡ ਪਾਠ ਕਰਵਾਇਆ। ਤੇ ਅਖੰਡ ਪਾਠ ਅਸੀਂ ਵੀ ਕਰਦੇ ਹਾਂ ਤੇ ਉਹਨਾਂ ਗੁਰਸਿੱਖਾਂ ਨੇ ਵੀ ਅਖੰਡ ਪਾਠ ਕੀਤਾ ਸੀ। ਉਹ ਅਖੰਡ ਪਾਠੀ ਕੌਣ ਸਨ? ਸਾਡੇ ਵਰਗੇ ਆਮ ਲੋਕ ਨਹੀਂ ਸਨ। ਭਾਈ ਮਤੀ ਦਾਸ ਅਖੰਡ ਪਾਠੀ ਸਨ, ਭਾਈ ਸਤੀ ਦਾਸ ਅਖੰਡ ਪਾਠੀ ਸਨ, ਭਾਈ ਦਿਆਲ ਦਾਸ ਅਖੰਡ ਪਾਠੀ ਸਨ, ਜਿਨ੍ਹਾਂ ਨੇ 9ਵੇਂ ਪਾਤਸ਼ਾਹ ਦੇ ਨਾਲ ਚਾਂਦਨੀ ਚੌਂਕ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਹ 3 ਗੁਰਸਿੱਖ, ਇੱਕ ਭਾਈ ਗੁਰਬਖਸ਼ ਜੀ ਜਿਹੜੇ ਗੁਰੂ ਘਰ ਦੇ ਗੁਰਮੁਖੋਂ ਮਸੰਦ ਸੰਕਾਰ ਭੇਟਾ ਇਕੱਠੀ ਕਰਨ ਵਾਲੇ, ਗੁਰਸਿੱਖੀ ਦਾ ਪ੍ਰਚਾਰ ਕਰਨ ਵਾਲੇ, ਤੇ 5ਵੇਂ ਸਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ। ਇਹਨਾਂ 5 ਗੁਰਸਿੱਖਾਂ ਦੇ ਪਾਸੋਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਤਰਬੇਣੀ ਸਾਹਿਬ ਵਾਲੀ ਜਗ੍ਹਾ 'ਤੇ ਕਰਵਾਇਆ। ਭੋਗ ਤੋਂ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਮਾਤਾ ਗੁਜਰ ਕੌਰ ਜੀ ਦੇ ਉਦਰ ਵਿੱਚ ਪ੍ਰਵੇਸ਼ ਕੀਤਾ। ਪ੍ਰਵੇਸ਼ ਦੇ ਸੰਬੰਧ ਵਿੱਚ ਬਚਿੱਤਰ ਨਾਟਕ ਪਵਿੱਤਰ ਗੁਰਬਾਣੀ ਅੰਦਰ 10ਵੇਂ ਪਾਤਸ਼ਾਹ ਜੀ ਦੇ ਬਚਨ ਹਨ, ਮੋਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਅਸੀਂ ਤਰਬੇਣੀ ਸਾਹਿਬ ਵਾਲੀ ਜਗ੍ਹਾ 'ਤੇ ਆਪਣੇ ਮਾਤਾ ਗੁਜਰ ਕੌਰ ਦੇ ਉਦਰ ਵਿੱਚ ਪ੍ਰਕਾਸ਼ ਕੀਤਾ, ਪ੍ਰਵੇਸ਼ ਕੀਤਾ, ਤੇ ਪਟਨਾ ਸਾਹਿਬ ਦੀ ਧਰਤੀ 'ਤੇ ਜਾ ਕਰਕੇ ਅਸੀਂ ਅਵਤਾਰ ਧਾਰਿਆ। ਗੁਰਮੁਖੋ ਇਹ ਆ ਬਾਣੀ ਦਾ ਮਹਾਤਮ, ਬਾਣੀ ਦੀ ਪਰੰਪਰਾ, ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ ਦੀ ਪਰੰਪਰਾ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪ ਮੰਨੀ। ਤੇ ਅਸੀਂ ਲੋਕ ਤਰਕਾਂ ਕਰਦੇ ਹਾਂ ਕਿ ਇਹ ਕੋਈ ਮਰਜ਼ਾਦਾ ਨਹੀਂ, ਜਿਵੇਂ ਮਰਜ਼ੀ ਕਰੋ, ਜਿਹੜਾ ਮਰਜ਼ੀ ਪੜ੍ਹੇ। ਗੁਰਮੁਖੋ ਇਸ ਤਰ੍ਹਾਂ ਨਹੀਂ ਹੁੰਦਾ। ਗੁਰਬਾਣੀ ਪੜ੍ਹਨੀ ਆ। ਫਿਰ ਜਿਸ ਤਰ੍ਹਾਂ ਅਸੀਂ ਸਕੂਲੀ ਵਿੱਦਿਆ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਜਾ ਕੇ ਪੜ੍ਹਦੇ ਹਾਂ, ਗੁਰਬਾਣੀ ਵੀ ਸਿੱਖਣੀ ਪੈਂਦੀ ਆ। ਗੁਰਬਾਣੀ ਨਾ ਸਿੱਖਾਂਗੇ, ਗੁਰਬਾਣੀ ਦਾ ਸਾਨੂੰ ਕਦੇ ਵਾਸਤੇ ਸ਼ੁੱਧ ਉਚਾਰਨ ਨਹੀਂ ਆਵੇਗਾ। ਇਹ ਸਹਿਜ ਪਾਠ, ਅਖੰਡ ਪਾਠ ਦੀ ਪਰੰਪਰਾ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚਲਾਈ। ਤੇ ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ 'ਤੇ ਜਦੋਂ ਕਲਗੀਧਰ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ 'ਤੇ ਆਏ, ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਆਪਣੇ ਕੰਠੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਗੁਰਬਾਣੀ ਲਿਖਵਾਈ। ਤੇ ਲਿਖਾਉਣ ਦਾ ਕਾਰਨ ਕੀ ਸੀ? ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਗੁਰਸਿੱਖ ਗੁਰਬਾਣੀ ਦਾ ਪਾਠ ਕਰਦਾ, ਕਰਤੇ ਕੀ ਮਿਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ। ਗੁਰਮੁਖੋ ਉਸ ਪ੍ਰੇਮੀ ਸਿੱਖ ਨੇ ਕਹਿ ਦੀ ਥਾਂ 'ਤੇ ਕੀ ਪੜ੍ਹ ਦਿੱਤਾ। ਅਰਥ ਦਾ ਅਨਰਥ ਹੋ ਗਿਆ। ਜੇਕਰ ਸ਼ੁੱਧ ਗੁਰਬਾਣੀ ਨਾ ਪੜ੍ਹਾਂਗੇ, ਅਰਥ ਨਹੀਂ, ਫਿਰ ਅਨਰਥ ਹੋ ਜਾਂਦਾ। ਤੇ ਸੱਚੇ ਪਾਤਸ਼ਾਹ ਨੇ ਉਸ ਸਿੱਖ ਨੂੰ ਤਾੜਿਆ, ਝਿੜਕਿਆ, ਨਾਲ ਕਿਹਾ ਕਿ ਸ਼ੁੱਧ ਗੁਰਬਾਣੀ ਦੀ ਪਾਠ ਕਰਿਆ ਕਰੋ, ਸ਼ੁੱਧ ਉਚਾਰਨ ਕਰੋ। ਤੇ ਉਸ ਸਿੱਖ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਅਲਪੱਗ ਜੀਵ ਹਾਂ, ਤੁਛ ਬੁੱਧੀ ਵਾਲੇ ਜੀਵ ਹਾਂ, ਕਿਰਪਾ ਕਰਕੇ ਸਾਨੂੰ ਗੁਰਬਾਣੀ ਦੀ ਸੰਥਿਆ ਕਰਾਓ, ਗੁਰਬਾਣੀ ਦੇ ਅਰਥ ਪੜ੍ਹਾਓ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਸੰਗਤਾਂ ਦੇ ਨਾਲ ਵਾਅਦਾ ਕੀਤਾ, ਹੁਣ ਜੰਗਾਂ ਯੁੱਧਾਂ ਦਾ ਟਾਈਮ ਆ, ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋਵਾਂਗੇ ਗੁਰਬਾਣੀ ਦੀ ਸੰਥਿਆ ਕਰਾਵਾਂਗੇ, ਅਰਥ ਪੜ੍ਹਾਵਾਂਗੇ। ਤੇ ਨਾਲ ਹੀ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਚਨ ਕੀਤੇ ਸਨ,
ਗੁਰਮੁਖੀ ਅੱਖਰ ਜੋ ਹੈ ਭਾਈ, ਇਹ ਗੁਰਮੁਖੀ ਅੱਖਰਾਂ ਦੇ ਵਿੱਚ ਜਿਹੜੀ ਗੁਰਬਾਣੀ ਉਚਾਰਨ ਕਰਕੇ ਲਿਖੀ ਆ, ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਤੇ ਸਿੱਖੇ ਜਾਈ। ਸਿੰਘ ਨੇ ਸਿੰਘਾਂ ਦੇ ਕੋਲੋਂ ਗੁਰਮੁਖੀ ਅੱਖਰਾਂ ਵਿੱਚ ਜਿਹੜੀ ਗੁਰਬਾਣੀ ਲਿਖੀ ਹੈ ਸਿੱਖਣੀ ਜ਼ਰੂਰ ਆ, ਆਪੋ ਨਹੀਂ ਪੜ੍ਹਨੀ। ਇਹ ਨਹੀਂ ਕਿ ਸਕੂਲੀ ਪੜ੍ਹਾਈ ਆ ਤੇ ਅਸੀਂ ਗੁਰਬਾਣੀ ਪੜ੍ਹਨ ਲੱਗ ਪਏ। ਮਿਸਾਲ ਦੇ ਤੌਰ ਤੇ ਜੇ ਕਿਸੇ ਪ੍ਰੇਮੀ ਨੇ ਸਰਕਾਰੀ ਨੌਕਰੀ ਕਰਨੀ ਆ ਤੇ ਗੁਰਮੁਖੋ ਉਹਨੂੰ ਪੜ੍ਹਾਈ ਸਕੂਲ ਕਾਲਜ ਦੇ ਵਿੱਚ ਕਰਨੀ ਪੈਣੀ ਆ। ਫਿਰ ਆਪਣੀ ਪੜ੍ਹਾਈ ਦਾ ਸਰਟੀਫਿਕੇਟ ਕਾਗਜ਼ ਵੀ ਜਾ ਕੇ ਦਫ਼ਤਰਾਂ ਵਿੱਚ ਦਿਖਾਉਣਾ ਪੈਣਾ। ਪਰ ਗੁਰਮੁਖੋ ਇੱਕੋ ਇੱਕ ਗੁਰਮਤਿ ਰਹਿ ਗਈ ਆ ਜਿਹਨੂੰ ਅਸੀਂ ਪੈੜ ਦੇ ਆਧਾਰ 'ਤੇ ਮੰਨਦੇ ਨਹੀਂ, ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ, ਨਾ ਤੇ ਆਪ ਸਿੱਖਦੇ ਹਾਂ ਤੇ ਨਾ ਹੀ ਆਪਣੇ ਬੱਚੇ ਬੱਚੀਆਂ ਨੂੰ ਸਿਖਾਉਣੇ ਆ। ਆਪ ਵੀ ਗੁਰਮਤਿ ਤੋਂ ਵਾਂਝੇ ਰਹੇ, ਆਪਣੇ ਬੱਚੇ ਬੱਚੀਆਂ ਨੂੰ ਵੀ ਗੁਰਮਤਿ ਤੋਂ ਵਾਂਝੇ ਰੱਖਿਆ। ਸੱਚੇ ਪਾਤਸ਼ਾਹ ਜਦੋਂ ਸਮੇਂ ਦੇ ਅਨੁਸਾਰ ਆਨੰਦਪੁਰ ਸਾਹਿਬ ਨੂੰ ਛੱਡਿਆ, ਸਰਸਾ ਨੂੰ ਪਾਰ ਕੀਤਾ, ਪਰਿਵਾਰ ਵਿਛੋੜਾ ਆਇਆ, ਸੱਚੇ ਪਾਤਸ਼ਾਹ ਮੰਜ਼ਲਾਂ ਨੂੰ ਮਾਰਦੇ ਚਮਕੌਰ ਦੀ ਗੜੀ ਦਾ ਜੰਗ ਕੀਤਾ, ਚਮਕੌਰ ਦੀ ਗੜੀ ਨੂੰ ਛੱਡਿਆ। ਸੱਚੇ ਪਾਤਸ਼ਾਹ ਮੰਜ਼ਲਾਂ ਨੂੰ ਮਾਰਦੇ ਮਾਲਵੇ ਦੀ ਧਰਤੀ 'ਤੇ ਦੀਨੇ ਕਾਂਗੜ ਪਹੁੰਚੇ ਆ। ਦੀਨੇ ਕਾਂਗੜ ਜਾ ਕਰਕੇ ਕਲਗੀਧਰ ਪਾਤਸ਼ਾਹ ਨੇ ਫਿਰ ਫੌਜ ਤਿਆਰ ਕੀਤੀ ਆ। ਫੌਜ ਤਿਆਰ ਕਰਨ ਦੀ ਸਹੁੰ ਸੂਬੇ ਸਰਹੰਦ ਨੂੰ ਮਿਲੀ ਆ। ਸੂਬੇ ਸਰਹੰਦ ਨੇ ਗੁਰਮੁਖੀ ਇੱਕ ਚਿੱਠੀ ਲਿਖੀ ਆ। ਚਿੱਠੀ ਲਿਖੀ ਸੀ ਯੋਧ ਰਾਏ, ਜਿਨ੍ਹਾਂ ਦਾ ਆਪਾਂ ਇਤਿਹਾਸ ਰੋਜ਼ ਸ਼ਾਮ ਦੇ ਟਾਈਮ ਸਰਵਣ ਕਰਦੇ ਹਾਂ। ਯੋਧ ਰਾਏ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਪੀੜ੍ਹੀ ਦਰ ਪੀੜ੍ਹੀ 3 ਗੁਰਮੁਖ ਪਿਆਰੇ ਸਨ, ਸ਼ਮੀਰ, ਲਖਮੀਰ ਤੇ ਬਖਤਮਲ। ਇਹਨਾਂ ਦੇ ਪਾਸ ਕਲਗੀਧਰ ਪਾਤਸ਼ਾਹ ਠਹਿਰੇ ਸਨ। ਫਿਰ ਭਾਈ ਸ਼ਮੀਰ ਨੂੰ ਸੂਬੇ ਸਰਹੰਦ ਨੇ ਚਿੱਠੀ ਲਿਖੀ ਆ ਕਿ ਤੇਰੇ ਕੋਲੇ ਸਰਕਾਰ ਦਾ ਬਾਗੀ ਗੁਰੂ ਬੈਠਾ ਤੇ ਇਹਨੂੰ ਸਰਕਾਰ ਦੇ ਹਵਾਲੇ ਕਰ ਦੇ, ਨਹੀਂ ਤੇ ਤੈਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਸਜ਼ਾ ਭੁਗਤਣੀ ਪਵੇਗੀ। ਗੁਰਮੁਖੋ ਸਾਡੇ ਵਰਗਾ ਕੋਈ ਕਮਜ਼ੋਰ ਦਿਲ ਦਾ ਹੁੰਦਾ ਤੇ ਸ਼ਾਇਦ ਡਰ ਜਾਂਦਾ। ਅੱਗੋਂ ਫਿਰ ਭਾਈ ਸ਼ਮੀਰ ਨੇ ਸਖਤ ਸ਼ਬਦਾਂ ਵਿੱਚ ਜਵਾਬ ਦਿੱਤਾ ਕਿ ਅਸੀਂ ਗੁਰੂ ਕੇ ਸਿੱਖ ਹਾਂ, ਸਾਡੇ ਪਾਸ ਗੁਰੂ ਜੀ ਠਹਿਰੇ ਆ। ਇਹ ਕਦੇ ਹੋ ਨਹੀਂ ਸਕਦਾ ਕਿ ਤੈਨੂੰ ਗੁਰੂ ਸਾਹਿਬ ਫੜਾ ਦੇਗੇ, ਪਰ ਬਣ ਕੇ ਆਵੀਂ, ਚੜ੍ਹਾਈ ਕਰਕੇ ਆਵੀਂ, ਤੈਨੂੰ ਇੱਟਲਾ ਜਵਾਬ ਅਸੀਂ ਪੱਥਰ ਦੇਵਾਂਗੇ। ਕਲਗੀਧਰ ਪਾਤਸ਼ਾਹ ਨੇ ਇੱਥੇ ਸਿੱਖ ਫੌਜ ਤਿਆਰ ਕੀਤੀ, ਮੰਜ਼ਲਾਂ ਨੂੰ ਮਾਰਦੇ ਸੱਚੇ ਪਾਤਸ਼ਾਹ ਮੁਕਤਸਰ ਸਾਹਿਬ ਦੀ ਧਰਤੀ 'ਤੇ ਗਏ। ਘਮਸਾਣ ਦਾ ਯੁੱਧ ਹੋਇਆ, ਮੁਗਲ ਸਰਕਾਰ ਦੀ ਹਾਰ ਹੋਈ, ਟੁੱਟੀ ਗੰਢੀ। ਸੱਚੇ ਪਾਤਸ਼ਾਹ ਮਾਲਵੇ ਦੇ ਨਗਰਾਂ ਦੇ ਵਿੱਚ ਦੀ ਹੁੰਦੇ ਹੋਏ ਦਮਦਮਾ ਸਾਹਿਬ ਦੀ ਧਰਤੀ 'ਤੇ ਗਏ। ਨਾਲ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਜੰਗ ਨਹੀਂ ਕਰਨਾ। ਸਿੱਖਾਂ ਨੇ ਜਦੋਂ ਸੁਣਿਆ ਅੱਜ ਤੋਂ ਬਾਅਦ ਜੰਗ ਨਹੀਂ ਕਰਨਾ ਤੇ ਆਨੰਦਪੁਰ ਸਾਹਿਬ ਵਾਲਾ ਬਚਨ ਚੇਤੇ ਕਰਾਇਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਗੁਰਬਾਣੀ ਦੀ ਸੰਥਿਆ ਕਰਾਓ, ਗੁਰਬਾਣੀ ਦੇ ਅਰਥ ਪੜ੍ਹਾਓ। ਸਿੱਖਾਂ ਦੀ ਬੇਨਤੀ ਨੂੰ ਸੁਣ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਧੀਰ ਮੱਲ ਦੇ ਕੋਲ ਜਿਹੜਾ 5ਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਸਰੂਪ ਲਿਖਾਇਆ ਸੀ, ਉਹ ਲੈਣ ਵਾਸਤੇ 25 ਸਿੰਘ ਘੱਲੇ। ਗੁਰਮੁਖੋ ਕਲਗੀਧਰ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ 25 ਸਿੰਘ ਘੱਲੇ ਸਨ। ਪਰ ਅੱਜ ਕੀ, ਜਦੋਂ ਅਸੀਂ ਆਪਣੇ ਘਰ ਪਰਿਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਹਾਂ, ਕੀ ਅਸੀਂ 25 ਸਿੰਘ ਹੁੰਦੇ ਹਾਂ? ਕਦੇ ਵੀ ਨਹੀਂ। ਕੋਈ ਵਿਰਲੇ ਪਰਿਵਾਰਾਂ ਦੇ ਉੱਪਰ ਕਿਰਪਾ ਹੈ, ਇੱਕੋ ਗ੍ਰੰਥੀ ਇਕੱਲਾ ਅੰਮ੍ਰਿਤਧਾਰੀ ਹੁੰਦਾ, ਪਰਿਵਾਰ ਵਾਲੇ ਸਾਰੇ ਮੋਨੇ ਹੁੰਦੇ ਆ। ਜਿਸ ਘਰ ਦੇ ਮਾਲਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਆਪਣੇ ਸਿਰ 'ਤੇ ਲੈਣਾ, ਉਹਦਾ ਸਿਰ ਵੀ ਮੁੰਨਿਆ ਹੁੰਦਾ ਤੇ ਦਾੜੀ ਵੀ ਮੁੰਨੀ ਹੁੰਦੀ ਆ। ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਿਰ 'ਤੇ ਲੈਣ ਦਾ ਚਾਅ, ਪਰ ਦਾੜੀ 'ਤੇ ਕੇਸ ਰੱਖਣ ਦਾ ਚਾਅ ਨਹੀਂ। 25 ਸਿੰਘ ਕਲਗੀਧਰ ਪਾਤਸ਼ਾਹ ਨੇ ਤੀਰ ਮੱਲ ਦੇ ਕੋਲੇ ਘੱਲੇ, ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਜੇ ਉਹ ਗੁਰੂ ਆ
ਮੇਰੇ ਕੋਲੋਂ ਵੱਡਿਆਂ ਦੀ ਅਮਾਨਤ ਕਿਉਂ ਖੋਹਦੇ, ਆਪਣੇ ਕੰਠੋਂ ਗੁਰਬਾਣੀ ਕਿਉਂ ਨਹੀਂ ਰਚ ਲੈਂਦੇ। ਖਾਲੀ ਸਿੰਘ ਆਏ, ਆ ਕਰਕੇ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਦਮਦਮਾ ਸਾਹਿਬ ਦੀ ਧਰਤੀ 'ਤੇ ਲਿਖਣਸਰ ਗੁਰਦੁਆਰਾ ਬਣਿਆ, ਇੱਥੇ ਭਾਈ ਮਨੀ ਸਿੰਘ ਨੂੰ ਲਖਾਰੀ ਲਾ ਕਰਕੇ ਬਾਬਾ ਦੀਪ ਸਿੰਘ ਜੀ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਇਹ ਕਲਮਾਂ ਤੇ ਸ਼ਾਹੀ ਦਾ ਪ੍ਰਬੰਧ ਕਰਿਆ ਕਰਦੇ ਸਨ। ਪਹਿਲੇ ਪੈਰ ਸੱਚੇ ਪਾਤਸ਼ਾਹ ਗੁਰਬਾਣੀ ਉਚਾਰਨ ਕਰਕੇ ਲਿਖਾਇਆ ਕਰਦੇ ਸਨ। ਪਿਛਲੇ ਪੈਰ ਦੀਵਾਨ ਸਜਾ ਕਰਕੇ ਜਿਹੜੀ ਗੁਰਬਾਣੀ ਉਚਾਰਨ ਕਰਕੇ ਲਿਖਾਈ ਹੁੰਦੀ ਤੇ ਗੁਰਮੁਖੋ ਦੀ ਸੰਥਿਆ ਕਰਾਉਂਦੇ, ਅਰਥ ਪੜ੍ਹਾਉਂਦੇ। 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਸੁਪੂਰਨ ਕੀਤੇ। ਪਰ ਜਿਹੜਾ ਭਾਈ ਗੁਰਦਾਸ ਦੇ ਕੋਲੋਂ 5ਵੇਂ ਪਾਤਸ਼ਾਹ ਨੇ ਸਰੂਪ ਲਿਖਾਇਆ, ਉਹਦੇ ਵਿੱਚ ਤੇ ਜਿਨ੍ਹਾਂ ਨੂੰ ਗੁਰਤਾ ਗੱਦੀ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿਹੜੇ ਅੱਜ ਪੰਥ ਕੋਲ ਆ, ਇਹਨਾਂ ਦੇ ਵਿੱਚ ਕੁਝ ਫਰਕ ਆ। ਕਿੰਤੂ ਨਹੀਂ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਪਣੀ ਮੌਜ। ਜਿਹੜਾ ਭਾਈ ਗੁਰਦਾਸ ਦੇ ਕੋਲੋਂ ਸਰੂਪ ਲਿਖਾਏ ਸਨ, ਉਹਨਾਂ ਸਰੂਪਾਂ ਦੇ ਵਿੱਚ ਰਹਿਰਾਸ ਸਾਹਿਬ ਜੀ ਦੇ 5 ਸ਼ਬਦ ਆ। 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਨਹੀਂ, ਪਰ ਜਿੱਥੇ ਜਿੱਥੇ ਜਿਹੜੇ ਜਿਹੜੇ ਰਾਗਾਂ ਵਿੱਚ ਉਚਾਰਨ ਕੀ ਲਿਖਣੀ ਸੀ, ਉਹ ਜਗ੍ਹਾ ਖਾਲੀ ਛੱਡੀ ਆ। ਇੰਨਾ ਫਰਕ ਆ ਭਾਈ ਗੁਰਦਾਸ ਜੀ ਅਤੇ ਜਿਹੜਾ ਕਲਗੀਧਰ ਪਾਤਸ਼ਾਹ ਨੇ ਸਰੂਪ ਲਿਖਾਇਆ ਉਹਦੇ ਵਿੱਚ ਆ। ਜਿਹੜੇ 10ਵੇਂ ਪਾਤਸ਼ਾਹ ਨੇ ਦੁਬਾਰਾ ਭਾਈ ਮਨੀ ਸਿੰਘ ਦੇ ਕੋਲੋਂ ਸਰੂਪ ਲਿਖਾਏ ਆ, ਇਹਨਾਂ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 9 ਸ਼ਬਦ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਅੰਕਿਤ ਕੀਤੇ। ਇਹਦੇ ਉੱਪਰ ਸ਼ੰਕਾ ਨਹੀਂ, ਕਿੰਤੂ ਨਹੀਂ, ਸਮਰੱਥ ਗੁਰੂ ਦੀ ਆਪਣੀ ਮੌਜ ਆ। ਜਿਸ ਤਰ੍ਹਾਂ ਕਿ ਜਦੋਂ ਢਿੱਲਵਾਂ ਕਲਗੀਧਰ ਪਾਤਸ਼ਾਹ ਆਏ ਸਨ, ਜਦੋਂ ਨੀਲੇ ਚੋਲੇ ਦਾ ਸੰਸਕਾਰ ਕੀਤਾ ਢਿੱਲਵਾਂ ਨਗਰ ਦੇ ਅੰਦਰ, ਗੁਰਦੁਆਰਾ ਗੋਦਾਵਰੀ ਸਾਹਿਬ ਬਣਿਆ, ਉੱਥੇ ਜਦੋਂ ਕਲਗੀਧਰ ਪਾਤਸ਼ਾਹ ਨੇ ਨੀਲੇ ਚੋਲੇ ਦਾ ਸੰਸਕਾਰ ਕੀਤਾ, ਨਾਲ ਆਪਣੇ ਪਵਿੱਤਰ ਹੱਥਾਂ ਦੇ ਨਾਲ ਨੀਲੇ ਚੋੜੇ ਨੂੰ ਪਾੜ ਕਰਕੇ ਅਗਨ ਭੇਟ ਕਰਦੇ ਆ, ਤੇ ਨਾਲ ਆਸਾ ਜੀ ਦੀ ਵਾਰ ਦੀ ਇੱਕ ਪੰਕਤੀ ਪੜ੍ਹਦੇ ਆ। ਆਪਾਂ ਪੜ੍ਹਦੇ ਆ ਨਾ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕੰਠੋਂ ਗੁਰਬਾਣੀ ਕਿਵੇਂ ਪੜ੍ਹੀ ਸੀ? ਨੀਲ ਬਸਤਰ ਨੇ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ। ਸੱਚੇ ਪਾਤਸ਼ਾਹ ਨੇ ਇਹ ਗੁਰਬਾਣੀ ਪਲਟ ਕਰਕੇ ਪੜ੍ਹੀ ਸੀ। ਗੁਰੂ ਦੀ ਆਪਣੀ ਮੌਜ ਆ, ਗੁਰੂ ਤੇ ਕੋਈ ਕਿੰਤੂ ਨਹੀਂ, ਗੁਰੂ ਤੇ ਸ਼ੰਕਾ ਨਹੀਂ। ਪਰ ਉੱਥੇ ਫਾੜੇ ਸ਼ਬਦ ਪੜ੍ਹਿਆ, ਤੁਰਕ ਪਠਾਣੀ ਅਮਲ ਕੀਆ ਦੇ ਥਾਂ 'ਤੇ ਅਮਲ ਗਿਆ। ਇਹ ਨੀਲੇ ਚੋਲੇ ਦਾ ਸੰਸਕਾਰ ਅਗਨ ਭੇਟ ਕਰਦਿਆਂ ਗੋਦਾਵਰੀ ਸਰ ਜਿਹੜਾ ਕੋਟਕਪੂਰੇ ਤੋਂ ਬਠਿੰਡੇ ਵਾਲਾ ਰੋਡ ਆ, ਕੋਟਕਪੂਰੇ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਇਹ ਗੁਰਮੁਖੋ ਪਾਵਨ ਅਸਥਾਨ ਬਣਿਆ। ਜੇ ਕਿਸੇ ਪ੍ਰੇਮੀ ਦੇ ਮਨ ਵਿੱਚ ਸ਼ੰਕਾ ਹੋਵੇ, ਉੱਥੇ ਜਾ ਕਰਕੇ ਆਪਣੀਆਂ ਅੱਖਾਂ ਦੇ ਨਾਲ ਇਤਿਹਾਸ ਵੇਖ ਸਕਦਾ, ਆਪਣੇ ਕੰਨਾਂ ਦੇ ਨਾਲ ਇਤਿਹਾਸ ਸੁਣ ਸਕਦਾ। ਰਹੋ ਵਿਚਾਰ, ਕਲਗੀਧਰ ਪਾਤਸ਼ਾਹ ਨੇ ਇਹਨਾਂ ਸਰੂਪਾਂ ਵਿੱਚ 9 ਸ਼ਬਦ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਅੰਕਿਤ ਕੀਤੇ। ਨਾਲ ਹੀ 9ਵੇਂ ਮਹੱਲੇ ਦੀ ਜਿੰਨੀ ਗੁਰਬਾਣੀ ਸੀ ਸਮੇਤ ਭੋਗ ਦੇ ਸਲੋਕਾਂ ਦੇ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕੀਤੇ। ਸੰਪੂਰਨਤਾ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਸ਼੍ਰੀ ਅਖੰਡ ਪਾਠ ਸਾਹਿਬ ਦਮਦਮਾ ਸਾਹਿਬ ਦੀ ਧਰਤੀ 'ਤੇ ਕਰਵਾਇਆ ਤੇ 25 ਸਿੰਘਾਂ ਦੀ ਮਰਜ਼ਾਦਾ ਬਣੀ। ਅੱਜ 25 ਦੇ ਥਾਂ 'ਤੇ ਗੁਰਮੁਖੂ ਮਰਜ਼ਾਦਾ ਘਟਦੀ 5 'ਤੇ ਆ ਗਈ ਆ, ਪਰ 5 ਵੀ ਹਾਜ਼ਰ ਨਹੀਂ ਹੁੰਦੇ। 25 ਸਿੰਘ ਕਿਸ ਤਰ੍ਹਾਂ ਸਨ? 5 ਸਿੰਘਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨੀ, 5 ਸਿੰਘਾਂ ਨੇ ਜਪਜੀ ਸਾਹਿਬ ਦਾ ਜਾਪ ਕਰਨਾ, 5 ਸਿੰਘਾਂ ਨੇ ਅੰਦਰ ਸਫਾਈ, ਜਿਨ੍ਹਾਂ ਨੂੰ ਆਪਾਂ ਧੂਪੀਏ ਕਹਿ ਦਿੰਦੇ ਹਾਂ, ਸਫਾਈ ਨਾਲ ਉਹਨਾਂ ਨੂੰ ਧੂਪੀਏ ਬਣਾ ਦਿੰਦੇ ਹਾਂ। ਇਸੇ ਤਰ੍ਹਾਂ 5 ਸਿੰਘ ਪਹਿਰੇਦਾਰ ਹੁੰਦੇ ਸਨ, ਰਖਵਾਲੀ ਕਰਨੀ, ਤੇ 5 ਹੀ ਸਿੰਘ ਲਾਂਗਰੀ ਹੁੰਦੇ ਸਨ। ਜਦੋਂ ਗ੍ਰੰਥੀ ਦੀ, ਜਾਪੀਏ ਦੀ, ਧੂਪੀਏ ਦੀ, ਪਹਿਰੇਦਾਰ ਦੀ, 5 ਸਿੰਘਾਂ ਦੀ 2-2 ਘੰਟਿਆਂ ਬਾਅਦ
ਰੌਲ ਬਦਲਣੀਆਂ। ਇਹ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ 25 ਸਿੰਘਾਂ ਦੀ ਮਰਜ਼ਾਦਾ ਬੰਨ੍ਹੀਆਂ। ਇਸੇ ਤਰ੍ਹਾਂ ਦੂਜਾ ਸ੍ਰੀ ਅਖੰਡ ਪਾਠ ਸਾਹਿਬ ਹਜੂਰ ਸਾਹਿਬ ਦੀ ਧਰਤੀ ਤੇ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਆ। ਤੀਜਾ ਸ੍ਰੀ ਅਖੰਡ ਪਾਠ ਸਾਹਿਬ ਕਲਗੀਧਰ ਪਾਤਸ਼ਾਹ ਨੇ ਹਜੂਰ ਸਾਹਿਬ ਦੀ ਧਰਤੀ ਤੇ ਕਰਵਾਇਆ। ਤੇ ਇਹਨਾਂ ਦਾ ਮਹਾਤਮ ਕਿੰਨਾ ਕਿਹਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਸੁਣਨਾ ਵੀ ਆ ਤੇ ਗਾਉਣਾ ਵੀ ਆ। ਜਿਹੜਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਗੁਰਬਾਣੀ ਪੜ੍ਹਦਾ, ਗੁਰਬਾਣੀ ਸੁਣਦਾ, ਉਹਨੂੰ ਗੁਰਮੁਖੋ ਕਈ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੁੰਦਾ ਹੈ। ਇੱਥੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹੋਏ ਇੱਕ ਦੋ ਇਹ ਪਾਠ ਇਕੱਠਾ ਤਾਂ ਹੀ ਇੰਨੀ ਲੰਮੀ ਵਿਚਾਰ ਕੀਤੀ ਆ ਕਿ ਸੰਪਰਦਾਵਾਂ ਦੇ ਵਿੱਚ ਪਾਠਾਂ ਦੇ ਭੇਦ, ਗੁਰਬਾਣੀ ਪੜ੍ਹਨ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਿਕਾਰ ਕਰਨਾ, ਕਿ ਪ੍ਰਕਾਸ਼ ਕਿਵੇਂ ਕਰਨਾ ਹੈ, ਸੁਖ ਆਸਨ ਕਿਵੇਂ ਕਰਨਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਪਾਵਨ ਸਰੂਪ ਜਾਂ ਗੁਰਬਾਣੀ ਦੀਆਂ ਸੈਂਚੀਆਂ ਪੋਥੀਆਂ ਕਿਸ ਤਰ੍ਹਾਂ ਲੈ ਕੇ ਜਾਣੀਆਂ, ਪੋਥੀ ਨੂੰ ਕਿਸ ਤਰ੍ਹਾਂ ਪ੍ਰਕਾਸ਼ ਕਰਨਾ, ਇਹ ਜਥੇਬੰਦੀਆਂ ਸੰਪਰਦਾਵਾਂ ਦੇ ਵਿੱਚ ਪੜ੍ਹਾਇਆ ਜਾਂਦਾ, ਸਿਖਾਇਆ ਜਾਂਦਾ। ਅਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ, ਇੱਕ ਦੋ ਇੱਕ ਸਿਆਣਾ, ਇੱਕ ਦੋ ਇੱਕ ਸਿਆਣਾ, ਭਾਵੇਂ ਜਿੰਨੀ ਵੀ ਸਿਆਣਪ ਚਤਰਾਈ ਕਰਨ ਦਾ ਕੋਈ ਯਤਨ ਕਰੇ। ਵੱਡਾ ਸਾਹਿਬ ਵੱਡੇ ਨਾਏ। ਫਿਰ ਸੱਚੇ ਪਾਤਸ਼ਾਹ ਉਹਨੂੰ ਆਰਾਧਨਾ ਕਿਵੇਂ ਆ? ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ, ਵੱਡਾ ਸਾਹਿਬ ਉਹ ਸਭ ਤੋਂ ਵੱਡਾ। ਸਾਹਿਬ ਕਹਿੰਦੇ ਮਾਲਕ, ਵੱਡੀ ਨਾਈ, ਵੱਡੇ ਦੀ ਜਿਹੜੀ ਨਾਈ ਵਡਿਆਈ ਆ ਉਹਦਾ ਜਸ ਵੀ ਸਾਰਿਆਂ ਤੋਂ ਵੱਡਾ ਹੈ। ਕੀਤਾ ਜਾ ਕਾ ਹੋਵੇ। ਫਿਰ ਕੀਤਾ ਜਾ ਕਾ ਹੋਵੇ, ਸੰਪੂਰਨ ਤੌਰ ਤੇ ਉਹਦੀ ਜਸ ਵਡਿਆਈ ਕੋਈ ਨਹੀਂ ਕਰ ਸਕਦਾ ਹੈ। ਨਾਨਕ ਜੇ ਕੋ ਆਪਾ ਜਾਣੈ। ਫਿਰ ਜੇ ਕੋਈ ਆਪਣੇ ਆਪ ਸਿਆਣਾ ਚਤਰ ਚਲਾਕ ਬਣ ਕਰਕੇ ਦਾਅਵਾ ਕਰੇ, ਹੰਕਾਰ ਕਰੇ ਕਿ ਮੈਂ ਪਰਮੇਸ਼ਰ ਦੀ ਸੰਪੂਰਨ ਤੌਰ 'ਤੇ, ਕਿ ਕਦੋਂ ਸ੍ਰਿਸ਼ਟੀ ਸਾਜੀ, ਕਿਸ ਤਰ੍ਹਾਂ ਸਾਜੀ ਆ, ਉਹ ਕਿੰਨਾ ਕੁ ਵੱਡਾ, ਉਹਦੇ ਵਿੱਚ ਗੁਣ ਕਿੰਨੇ ਕਿਹਾ। ਨਾਨਕ ਜੇ ਕਹੋ ਆਪੋ ਜਾਣੇ, ਆਪਣੇ ਵਿੱਚ ਕੋਈ ਜਾਣਨ ਦਾ ਹੰਕਾਰ ਧਰਨ ਕਰਕੇ ਯਤਨ ਕਰਦਾ ਹੈ। ਅੱਗੇ ਗਿਆ ਨਾ ਸੋ ਹੈ। ਫਿਰ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਅੱਗੇ ਗਿਆ ਨਾ ਸੋ ਹੈ, ਉਹਨੂੰ ਸ਼ੋਭਾ ਨਹੀਂ ਮਿਲਦੀ, ਮਾਣ ਨਹੀਂ ਮਿਲਦਾ, ਸਤਿਕਾਰ ਨਹੀਂ ਮਿਲਦਾ। ਇਸ ਕਰਕੇ ਜਿਹੜਾ ਪਰਮੇਸ਼ਰ ਆ ਉਹਦੇ ਅੱਗੇ ਤੇ ਗੁਰਸਿੱਖ ਦੇ ਜੀਵ ਦੇ ਹੱਥ ਹੀ ਜੁੜੇ ਰਹਿਣ। ਕਿ ਸੱਚੇ ਪਾਤਸ਼ਾਹ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਥਨ ਨਾ ਜਾਏ। ਸੱਚੇ ਪਾਤਸ਼ਾਹ ਆਪ ਜੀ ਦੀਆਂ ਬਹੁਤ ਵੱਡੀਆਂ ਵਡਿਆਈਆਂ, ਗੁਣ ਬਹੁਤ ਆ, ਮੈਂ ਸੱਚੇ ਪਾਤਸ਼ਾਹ ਕਥਨ ਨਹੀਂ ਕਰਦਾ। ਨੇਤ ਨੇਤ ਕਥੰਤ ਬੇਦਾ, ਜਿਹੜੇ ਬੇਦ ਆ ਉਹ ਵੀ ਤੈਨੂੰ ਵੱਡਾ ਕਹਿੰਦੇ ਆ, ਬੇਅੰਤ ਬੇਅੰਤ ਕਹਿੰਦੇ ਆ। ਉਹਦਾ ਅੰਤ ਨਾ ਤਾਂ ਕਿਸੇ ਨੇ ਪਾਇਆ, ਨਾ ਕੋਈ ਪਾ ਸਕਦਾ, ਨਾ ਹੀ ਆਉਣ ਵਾਲੇ ਸਮੇਂ ਵਿੱਚ ਗੁਰਮੁਖੋ ਕਿਸੇ ਨੇ ਪਾਉਣਾ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। 10 ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ 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 ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਵੱਡਾ ਸਾਹਿਬ ਵੱਡੇ ਨਾਏ, ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪਾ ਜਾਣੈ, ਅੱਗੇ ਗਿਆ ਨਾ ਸੋ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।